ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਬੇਸ਼ੁਮਾਰ ਯਥਾ ਅਗਨਿਤ ਅਤੁਲੈ ਜਿਉ ਬੁਲਾਵੈ ਤਿਉ ਨਾਨਕ ਦਾਸ ਬੋਲੇ। ਕੋਟ ਪਰਾਧ ਹਮਾਰੇ ਖੰਡੋ ਅਨੇਕਾ ਵਿਧੀ ਸਮਝਾਵੋ। ਹਮ ਗਿਆਨ ਅਲਪ ਮਤ ਥੋੜੀ तुम आपन बिरद रखावो। तुमरी शरण तुम्हारी आशा तुम ही सज्जन सुहेले। रागो रागण हार दयाला नानक करके गोले। जे राखो राखणहार दयाला नानक करके गोले। वाहिगुरु जी का खालसा वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਆਪ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਜਾ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਆਪ ਸਾਰੇ ਮਾਈ ਭਾਈ ਜੁੜਦੇ ਹੋ, ਵੱਡੇ ਭਾਗਾਂ ਵਾਲੇ ਹੋ। ਇਹ ਆਪ ਜੀ ਦੇ ਉੱਚੇ ਭਾਗ ਹਨ ਜੋ ਮਹਾਰਾਜ ਆਪ ਜੀ ਕੋਲੋਂ ਇਹ ਸੇਵਾ ਲੈ ਰਹੇ ਹਨ। ਆਓ ਚੱਲ ਰਹੀ ਲੜੀਵਾਰ ਤਵ ਪ੍ਰਸਾਦ ਸਵਈਏ, ਜਿਹਨੂੰ ਸੁਦਾ ਸਵਈਏ ਜਾਂ ਅੰਮ੍ਰਿਤ ਸਵਈਏ ਵੀ ਕਹਿੰਦੇ ਹਾਂ, ਉਹਦੀ ਵਿਚਾਰ ਨਾਲ ਅਸੀਂ ਜੁੜਨ ਦਾ ਯਤਨ ਕਰੀਏ। ਸਾਰੇ ਮਾਈ ਭਾਈ ਮਨ ਦੀ ਬਿਰਤੀ ਨੂੰ ਇਕਾਗਰ ਕਰੀਏ। ਜਿੱਥੇ ਸਰੀਰ ਕਰਕੇ ਅਸੀਂ ਹਾਜ਼ਰ ਹੋਏ ਹਾਂ, ਹਾਜ਼ਰੀਨ ਹਾਂ, ਉੱਥੇ ਅਸੀਂ ਗੁਰੂ ਕਿਰਪਾ ਦੀ ਸਦਕੇ ਗੁਰੂ ਨੂੰ ਇਹ ਪੁਕਾਰ ਕਰਕੇ ਕਿ ਮੇਰੇ ਮਨ ਦੀ ਵੀ ਅਵਸਥਾ ਸਤਿਗੁਰੂ ਇਸ ਗੁਰਬਾਣੀ ਦੇ ਵਿੱਚ ਜੋੜ ਦਿਓ। ਸੋ ਮਨ ਬਿਰਤੀ ਇਕਾਗਰ ਕਰੀਏ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ 8ਵੇਂ ਸੋਈਏ ਵਿੱਚ, ਭਾਵ 8ਵੀਂ ਪੌੜੀ ਦੇ ਅੰਦਰ, ਕੀ ਮਹਾਰਾਜ ਸਾਨੂੰ ਇਸ ਸਾਰੀ ਲੁਕਾਈ ਨੂੰ ਕੀ ਸਾਂਝਾ ਉਪਦੇਸ਼ ਦੇ ਰਹੇ ਹਨ। ਮਹਾਰਾਜ ਕਹਿੰਦੇ ਨੇ, ਮਾਨਵ ਇੰਦਰ ਗਜੇਂਦਰ ਨਰਾਦਪ ਜੋਨ त्रिलोक को राज करेंगे। ਇਸ ਪੌੜੀ ਦੇ ਅੰਦਰ ਥੋੜ੍ਹਾ ਜਿਹਾ ਅਸੀਂ ਮੂਲ ਭਾਵ ਨੂੰ ਸਮਝ ਲਈਏ ਤੇ ਸਾਰੀ ਪੌੜੀ ਸਮਝਣ ਵਿੱਚ ਆਸਾਨੀ ਹੋਏਗੀ। ਇਸ ਪੌੜੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮੌਤ ਦਾ ਜ਼ਿਕਰ ਕਰ ਰਹੇ ਨੇ। ਸਤਿਗੁਰੂ ਫਰਮਾਉਂਦੇ ਨੇ ਕਿ ਸੰਸਾਰ ਵਿੱਚ ਇੱਕ ਮੌਤ ਐਸੀ ਹੈ ਜਿਹਦੇ ਤੋਂ ਕੋਈ ਵੀ ਨਹੀਂ ਬਚ ਸਕਦਾ। ਕੋਈ ਵੀ ਭਾਵੇਂ ਵੱਡੇ ਵੱਡੇ ਦੇਵਤੇ ਹੋਣ, ਓਲੀਏ ਹੋਣ, ਮਾਇਆਧਾਰੀ ਹੋਣ, ਛਤਰਧਾਰੀ ਹੋਣ, ਲੇਕਿਨ ਪਰਮਾਤਮਾ ਵੱਲੋਂ ਇੱਕ ਅਟਲ ਹੁਕਮ ਹੈ ਕਿ ਸੰਸਾਰ ਦੇ ਵਿੱਚ ਕੋਈ ਵੀ ਜੀਵ ਸੰਸਾਰ ਵਿੱਚ ਆ ਕੇ ਉਸਨੇ ਰਹਿਣਾ ਨਹੀਂ ਹੈ। ਹੁਣੇ ਅਸੀਂ ਸਲੋਕਾਂ ਵਿੱਚ ਪੜ੍ਹ ਰਹੇ ਸਨ ਤੇ ਮੇਰਾ ਧਿਆਨ ਉੱਥੇ ਹੀ ਗਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਵੀ ਮੋਹਰ ਲਾਉਂਦੇ ਨੇ ਕਿ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ ਕੋ ਨਾਨਕ
ਸੁਨ ਰੇ ਮਨਾ, ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਨੇ, ਛਾੜ ਸਗਲ ਜੰਜਾਲ। ਦੇਖੋ ਕਿੰਨੀ ਵੱਡੀ ਗੱਲ ਕਹੀਏ, ਜੋ ਉਪਜਿਓ। ਤੁਸੀਂ ਜੋ ਵੀ ਕੁਛ ਦੇਖ ਰਹੇ ਹੋ ਨਾ ਸੰਸਾਰ ਦੇ ਵਿੱਚ, ਇਹ ਨਹੀਂ ਕਿ ਮਨੁੱਖ ਨੇ ਤੁਸੀਂ ਅਸੀਂ ਬਿਨਸ ਜਾਣਾ ਹੈ। ਸਮਾਂ ਆਉਣ 'ਤੇ ਭਾਵੇਂ ਕੋਈ ਜੀਵ ਜੰਤੂ ਵੀ ਹੈ, ਭਾਵੇਂ ਸ੍ਰਿਸ਼ਟੀ ਵੀ ਹੈ, ਜੋ ਵੀ ਸੰਸਾਰ ਵਿੱਚ ਪਰਮਾਤਮਾ ਨੇ ਪੈਦਾ ਕੀਤਾ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹਨੇ ਇੱਕ ਦਿਨ ਬਿਨਸ ਜਾਣਾ ਹੀ ਹੈ। ਇਹ ਪਰਮਾਤਮਾ ਵੱਲੋਂ ਅਟਲ ਸਚਾਈ ਹੈ। ਰੋਜ਼ ਪੜ੍ਹਨੇ ਆ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀਏ, ਜਿਸ ਕੇ ਜੀ ਪ੍ਰਾਣ ਹੈ, ਕਿ ਉਹ ਸਾਹਿਬ ਮਨੂ ਵਿਸਾਰੀਏ। ਮਹਾਰਾਜ ਕਹਿੰਦੇ ਨੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਸੋ ਮਹਾਰਾਜ ਇਸ ਪੌੜੀ ਦੇ ਅੰਦਰ ਬੜਾ ਇੱਕ ਨਵੇਕਲੀ ਗੱਲ ਕਰਕੇ ਜਾ ਰਹੇ ਨੇ। ਮਹਾਰਾਜ ਸਾਨੂੰ ਦੱਸ ਕੇ ਰਹੇ ਨੇ ਕਿ ਸੰਸਾਰ ਦੇ ਵਿੱਚ ਇੱਕ ਮੌਤ ਐਸੀ ਹੈ ਜਿਹਦੇ ਤੋਂ ਕੋਈ ਵੀ ਨਹੀਂ ਬਚ ਸਕਦਾ। ਫਿਰ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਨੇ, ਅਖੀਰ ਵਿੱਚ ਫੈਸਲਾ ਵੀ ਦਿੰਦੇ ਨੇ। ਤੇ ਫਿਰ ਮਹਾਰਾਜ ਕੋਲੋਂ ਸਵਾਲ ਕੀਤਾ, ਮਹਾਰਾਜ ਇਹਦਾ ਮਤਲਬ ਸਾਰੇ ਮੌਤ ਤੋਂ ਸਭ ਇਹ ਆਉਣ ਜਾਣ ਦੇ ਗੇੜ 'ਚ ਪੈਣਗੇ? ਮਹਾਰਾਜ ਕਹਿੰਦੇ ਨਹੀਂ, ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਲੱਗ ਜਾਣਗੇ, ਜਿਹੜੇ ਉਸ ਦੀ ਬਾਣੀ ਨਾਲ ਜੁੜ ਜਾਣਗੇ, ਜਿਹੜਾ ਉਹਦਾ ਸਿਮਰਨ ਕਰਨਗੇ, ਜਿਹੜੀ ਉਹਦੀ ਅਖੰਡ ਭਗਤੀ ਕਰਨਗੇ, ਜਿਹੜੇ ਉਹਦੇ ਉਪਦੇਸ਼ਾਂ ਨੂੰ ਸੁਣਨਗੇ, ਇੰਪਲੀਮੈਂਟ ਕਰਨਗੇ, ਉਹ ਫਿਰ ਦੇਹ ਦੇ ਵਿੱਚ ਦੁਬਾਰਾ ਨਹੀਂ ਆਉਣਗੇ। ਤਾਂ ਗੁਰੂ ਸਾਹਿਬ ਸਾਨੂੰ ਇਸ ਹੁਣ ਪੌੜੀ ਦੇ ਅੰਦਰ ਉਸ ਚੀਜ਼ ਦਾ ਖੁਲਾਸਾ ਕਰ ਰਹੇ ਨੇ, ਭਾਈ ਇੱਕ ਮੌਤ ਐਸੀ ਹੈ ਕਿ ਕਿਹਨੂੰ ਕਿਹਨੂੰ ਆਈਏ। ਮਹਾਰਾਜ ਸਾਨੂੰ ਇੱਕ ਆਮ ਆਦਮੀ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਹਲੇ। ਮਹਾਰਾਜ ਵੱਡੇ ਵੱਡੇ ਬੰਦਿਆਂ ਦੀ ਗੱਲ ਕਰਕੇ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਇਹ ਵੀ ਤੂੰ ਭੁਲੇਖੇ 'ਚ ਨਾ ਰਹੀ, ਸੰਸਾਰ ਦੇ ਵਿੱਚ ਤੂੰ ਸਦਾ ਜੀਣਾ ਹੈ। ਤੋ ਇਸ ਕਰਕੇ ਮਹਾਰਾਜ ਕਹਿ ਰਹੇ ਨੇ, ਮਾਨਵ ਇੰਦਰ, ਇੱਕ ਇੱਕ ਅੱਖਰ ਨੂੰ ਅਸੀਂ ਖਿਲਾਰ ਲਈਏ। ਮਾਨਵ ਜੀਵ ਨੂੰ ਕਹਿੰਦੇ ਨੇ, ਮਨੁੱਖ ਨੂੰ ਕਹਿੰਦੇ ਨੇ। ਇੰਦਰ, ਇੰਦਰ ਹੁੰਦਾ ਹੈ ਦੇਵਤਾ, ਤੇ ਜਾਂ ਵੈਸੇ ਅਖਰੀ ਅਰਥ ਕਰੀਏ ਤੇ ਇੰਦਰ ਨੂੰ ਰਾਜਾ ਵੀ ਕਹਿੰਦੇ ਨੇ। ਭਾਵ ਕਿ ਮਾਨਵ ਇੰਦਰ, ਬੰਦਿਆਂ ਦੇ ਰਾਜਾ। ਗਜਿੰਦਰ, ਗਜ ਇੰਦਰ, ਇਹ ਉਹਨਾਂ ਬੰਦਿਆਂ ਦਾ ਮਹਾਰਾਜ, ਉਸ ਰਾਜੇ ਮਹਾਰਾਜਿਆਂ ਦਾ ਜ਼ਿਕਰ ਕਰ ਰਹੇ ਨੇ ਜਿਨ੍ਹਾਂ ਦੇ ਭਾਵ ਕਿ ਉਹਨਾਂ ਦਾ ਮਨੁੱਖਾਂ 'ਤੇ ਰਾਜ ਸੀ। ਗਜਿੰਦਰ, ਗਜ ਇੰਦਰ, ਗਜ ਹੁੰਦਾ ਹਾਥੀ। ਜੋ ਹਾਥੀਆਂ ਦੇ ਰਾਜੇ, ਜਿਹੜੇ ਬੜੇ ਵੱਡੇ ਹਾਥੀ, ਮਹਿੰਗੇ ਹਾਥੀ, ਇਰਾਵਤ ਵਰਗੇ ਹਾਥੀਆਂ ਨੂੰ ਪਾਲਿਆ ਹੁੰਦਾ ਸੀ। ਮੈਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਵੀ ਇੱਕ ਪ੍ਰਸ਼ਾਦੀ ਹਾਥੀ ਸੀ, ਜਿਹੜਾ ਸੁੰਡ ਤੋਂ ਲੈ ਕੇ ਤੇ ਪੂੰਛ ਤੱਕ ਇੱਕ ਸਫੇਦ ਧਾਰੀ ਸੀ ਉਹਦੇ ਪੂਰੇ ਸਰੀਰ 'ਤੇ, ਔਰ ਦੇਖਣ ਹੀ ਬੜਾ ਖੂਬਸੂਰਤ ਸੀ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਇੱਥੇ ਉਹ ਰਾਜੇ ਉਹਨਾਂ ਉੱਤੇ ਰਾਜ ਸੀ, ਜਿਨ੍ਹਾਂ ਕੋਲ ਵੱਡੇ ਵੱਡੇ ਹਾਥੀ, ਮਹਿੰਗੇ ਹਾਥੀ ਸਨ। ਹਾਥੀ ਰੱਖਣੇ ਉਸ ਟਾਈਮ ਕੋਈ ਆਸਾਨ ਕੰਮ ਨਹੀਂ ਸੀ, ਸੌਖਾ ਆਦਮੀ ਰੱਖ ਸਕਦਾ ਸੀ। ਜਿਨ੍ਹਾਂ ਦੇ ਹਾਥੀਆਂ ਦੇ ਉੱਤੇ ਵੀ ਰਾਜ ਸੀ, ਮਹਾਰਾਜ ਕਹਿੰਦੇ ਉਹਨਾਂ ਰਾਜਿਆਂ ਦੀ ਗੱਲ ਕਰ ਰਹੇ ਨੇ। ਮਾਨਵ ਇੰਦਰ, ਜਿਨ੍ਹਾਂ ਨੂੰ ਰਾਜੇ, ਉਹ ਰਾਜੇ ਜਿਨ੍ਹਾਂ ਦਾ ਮਨੁੱਖਾਂ 'ਤੇ ਰਾਜ ਸੀ, ਹਾਥੀਆਂ 'ਤੇ ਰਾਜ ਸੀ। ਨਰਾਦਪ, ਨਰ ਆਦਪ, ਨਰ ਹੁੰਦਾ ਬੰਦਾ ਤੇ ਆਦਪ ਹੋ ਗਏ ਜਿਨ੍ਹਾਂ ਦੇ ਉੱਤੇ ਕਬਜ਼ੇ ਸਨ। ਕਈ ਐਸੇ ਵੀ ਨੇ ਐਂਠ ਦੇ ਨਾਲ ਰਹਿੰਦੇ ਨੇ, ਭਾਵ ਕਿ ਆਪਣਾ ਜ਼ੋਰ ਜਮਾ ਕੇ ਰਹਿੰਦੇ ਨੇ। ਉਸ ਤਰ੍ਹਾਂ ਦੇ ਵੀ ਹੈ ਪਰਮਾਤਮਾ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਹ ਵਜੇ ਵੀ ਸਰੀਰ ਨੇ ਜਿਹੜੇ ਮਨੁੱਖਾਂ ਨੂੰ ਆਪ ਕਹਿੰਦੇ ਸੀ ਅਸੀਂ ਇਹਨਾਂ ਦੀ ਰੱਖਿਆ ਕਰਨ ਵਾਲੇ ਹਾਂ। ਤੋ ਮਹਾਰਾਜ ਕਹਿੰਦੇ ਨੇ, ਜੋਨ ਤਿਰਲੋਕ ਕੋ ਰਾਜ ਕਰੇਂਗੇ। ਇੱਥੇ ਕਰੇਂਗੇ ਨਹੀਂ ਪੜ੍ਹਨਾ, ਕਰੇਂਗੇ। ਜੋਨ ਭਾਵ ਕਿ ਜਿਹੜੇ, ਜਿਸ ਨੇ ਤਿਰਲੋਕ, ਤਿੰਨਾਂ ਲੋਕਾਂ ਵਿੱਚ। ਦੇਖੋ ਆਮ ਤੌਰ 'ਤੇ ਅਸੀਂ ਤਿੰਨ ਲੋਕ ਕਹਿੰਦੇ ਹਾਂ ਨਾ, ਪਤਾਲ ਲੋਕ, ਆਕਾਸ਼ ਲੋਕ ਤੇ ਮਾਤਰ ਲੋਕ, ਜਿੱਥੇ ਅਸੀਂ ਰਹਿ ਰਹੇ ਹਾਂ। ਗੁਰਬਾਣੀ ਵਿੱਚ ਵੀ ਆਉਂਦਾ ਹੈ, ਸੁਰਗ ਮਛ ਪਿਆਲ ਜੀਓ। ਹੋਰ ਲੈ ਲਓ, ਤਿੰਨ ਲੋਕ ਹੋ ਗਏ, ਜਿਸ ਤਰ੍ਹਾਂ ਹੁਣੇ ਜਾਪਸਿਆ ਵਿੱਚ ਵੀ ਪੜ੍ਹਿਆ, ਤ੍ਰਿਪਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਣ ਕਹਤ, ਆਉਂਦਾ ਨਾ ਉੱਥੇ। ਇਹ ਤਿੰਨਾਂ ਲੋਕਾਂ 'ਤੇ ਮਹਾਰਾਜ ਕਹਿੰਦੇ ਨੇ ਉਹ ਵਜੇ ਰਾਜੇ
ਜਿਹੜੇ ਰਾਜਿਆਂ ਤੇ ਰਾਜ ਕਰਨ ਵਾਲੇ, ਜਿਨ੍ਹਾਂ ਦੇ ਹਾਥੀ ਕੋਲ ਨੇ, ਔਰ ਜਿਹੜੇ ਹੁਕਮ ਚਲਾਉਣ ਵਾਲੇ ਨੇ, ਉਹਨਾਂ ਦੇ ਉੱਤੇ ਰਾਜ, ਤਿੰਨਾਂ ਲੋਕਾਂ ਤੇ ਰਾਜ ਕਰਨ ਵਾਲੇ ਕਰਦੇ ਰਹੇ ਨੇ ਜਾਂ ਕਰ ਰਹੇ ਨੇ ਜਾਂ ਕਰਨਗੇ। ਪਤਾ ਕਿ ਇੰਨੇ ਵੱਡੇ, ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਨਾ, ਇੱਕ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ। ਇੰਨੇ ਵੱਡੇ ਛਤਰਧਾਰੀ ਰਾਜੇ ਹੋਏ ਨੇ। ਜਦੋਂ ਘਰੋਂ ਬਾਹਰ ਨਿਕਲਦੇ ਸਨ ਨਾ, ਤੇ ਕਈ ਕੋਹ ਤੱਕ ਛਤਰੀਆਂ ਉਹਨਾਂ ਦੇ ਸਿਰ ਤੇ ਹੁੰਦੀ ਸੀ, ਭਾਵ ਕਿ ਉਹਨਾਂ ਦਾ ਮਾਣ ਹੁੰਦਾ ਸੀ। ਇਹ ਨਹੀਂ ਕਿ ਇੱਕ ਛਤਰੀ ਪਿੱਛੋਂ ਆ ਗਈ, ਦੂਜੀ ਆ ਗਈ, ਨਵੀਂ ਤੋਂ ਨਵੀਆਂ ਛਤਰੀਆਂ ਅੱਗੇ ਕੋਸਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਸਵਾਗਤ ਵਾਸਤੇ ਹੁੰਦੀਆਂ ਸਨ। ਭਾਵ ਇੰਨੇ ਵੱਡੇ ਛਤਰਧਾਰੀ ਰਾਜੇ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ, ਬੜੇ ਬੜੇ ਐਸੇ ਵੀ ਰਾਜੇ ਹੋਏ ਨੇ ਜਿਹੜੇ ਦੂਜੇ ਕੰਟਰੀਆਂ ਤੇ ਇਹਨੂੰ ਦਬਾ ਕੇ ਰਹਿ ਰਹੇ ਨੇ। ਹੁਣ ਅਮਰੀਕਾ ਜਾਂ ਹੋਰ ਐਸੀ ਕੰਟਰੀਆਂ ਨੇ, ਕਈਆਂ ਦੇ ਉੱਤੇ ਉਹਨਾਂ ਨੇ ਜ਼ਬਰਦਸਤੀ ਰਾਜ ਕੀਤਾ ਹੋਇਆ ਹੈ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ, ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਔਰ ਵੱਡੇ ਵੱਡੇ ਰਾਜੇ ਨੂੰ ਦਬਾਉਣ ਵਾਲੇ, ਉਹਨਾਂ ਨੂੰ ਮਸਲ ਦੇਣ ਵਾਲੇ, ਮਾਨ ਸੇ ਮਹੀਪ ਉਹ ਦਲੀਪ ਕੈਸੇ ਛਤਰਧਾਰੀ, ਵੱਡੋ ਅਭਿਮਾਨ ਪੁੰਜ ਦੰਡ ਕੋ ਕਰਤ ਹੈ। ਇਹ ਸਭ ਰਾਜਿਆਂ ਦੇ ਨਾਮ ਨੇ। ਮਹਾਰਾਜ ਦੇ ਉਸ ਸਮੇਂ ਦੇ ਰਾਜੇ ਦੱਸ ਰਹੇ ਨੇ ਕਿ ਇਹ ਜਿਤਨੇ ਵੀ ਰਾਜੇ ਨੇ, ਤੇ ਮਹਾਰਾਜ ਕਹਿੰਦੇ ਨੇ, ਦਾਰਾ ਸੇ ਦਿਲੀ ਸਰ ਦੁਰਦੋਜਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੇ ਮਿਲਤ ਹੈ। ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਜਦ ਮੈਂ ਵੇਖਿਆ ਇੰਨੇ ਵੱਡੇ ਰਾਜੇ, ਪੂਰੇ ਸੰਸਾਰ ਤੇ ਰਾਜ ਏ, ਪਰ ਜਦੋਂ ਅੰਤ ਸਮਾਂ ਆਉਂਦਾ ਇਹ ਵੀ ਮਿੱਟੀ ਵਿੱਚ ਖੇ ਹੋ ਜਾਂਦੇ ਨੇ। ਤਾਂ ਗੁਰੂ ਸਾਹਿਬ ਇਹ ਸਾਨੂੰ ਇੱਥੇ ਦੱਸ ਰਹੇ ਨੇ ਕਿ ਮਾਨਵ, ਇੰਦਰ, ਲੋਕਾਂ ਤੇ ਰਾਜ ਕਰਨ ਵਾਲੇ, ਹਾਥੀਆਂ ਦੇ, ਜਿਨ੍ਹਾਂ ਕੋਲ ਵੱਡੇ ਵੱਡੇ ਹਾਥੀਆਂ ਦੇ ਰਾਜੇ ਸਨ, ਨਰਾਦਪ, ਉਹ ਉਹਨਾਂ ਦੀ ਰੱਖਿਆ ਕਰਨ ਵਾਲੇ ਮਨੁੱਖਾਂ ਦੀ, ਜੋਨ ਤ੍ਰਿਲੋਕੋ ਰਾਜ ਕਰਨਗੇ, ਉਹ ਤਿੰਨਾਂ ਲੋਕਾਂ ਦੇ ਉੱਤੇ ਰਾਜ ਕਰਨ ਵਾਲੇ। ਤੇ ਮਹਾਰਾਜ ਕਹਿੰਦੇ ਨੇ, ਕੋਟ ਇਸ਼ਨਾਨ, ਕਰੋੜਾਂ ਇਸ਼ਨਾਨ ਕਰਕੇ। ਦੇਖੋ, ਇਤਨੇ ਇਸ਼ਨਾਨ ਤੇ ਉਹੀ ਕਰੇਗਾ ਨਾ ਜਿਹੜਾ ਬਹੁਤ ਸੌਖਾ ਹੋਏਗਾ। ਅਸੀਂ ਇੱਕ ਯਾਤਰਾ ਤੇ ਜਾਈਏ, ਦੂਜੀ ਤੇ ਫਿਰ ਥੋੜ੍ਹਾ ਜਿਹਾ ਅਸੀਂ ਮਾਇਆ ਬਾਰੇ ਸੋਚਨੇ ਹਾਂ। ਮਹਾਰਾਜ ਕਹਿੰਦੇ ਨੇ, ਐਸੇ ਵੀ ਰਾਜੇ ਹੋਏ ਨੇ ਕਰੋੜਾਂ ਇਸ਼ਨਾਨ ਕਰਨ ਵਾਲੇ, ਗਜਾਦਕ ਦਾਨ, ਹਾਥੀ, ਵੱਡੇ ਵੱਡੇ ਮਹਿੰਗੇ ਹਾਥੀ, ਉੱਥੇ ਜਾ ਕੇ ਤੀਰਥਾਂ ਤੇ ਮਹਿੰਗੇ ਹਾਥੀ ਦਾਨ ਦੇਣੇ। ਤੁਸੀਂ ਕੀ ਸਮਝਦੇ ਹੋ ਕਿ ਇੰਨੇ ਨੇ ਹਾਥੀ ਦਾਨ ਦੇ ਰਹੇ ਨੇ, ਜਿਹੜੇ ਮਾਇਆ ਦਾਨ ਦੇ ਰਹੇ ਨੇ, ਤੇ ਉਹਨਾਂ ਦੀ ਮੌਤ ਨਹੀਂ ਹੋਏਗੀ? ਮੌਤ ਨਿਸ਼ਚਿਤ ਹੈ। ਗੁਰੂ ਸਾਹਿਬ ਦੇਖੋ ਸਾਨੂੰ ਕਹਿ ਰਹੇ ਨੇ, ਇਹ ਸਮਝਾ ਰਹੇ ਨੇ ਕਿ ਕੋਟ ਇਸ਼ਨਾਨ, ਕਰੋੜਾਂ ਹੀ ਇਸ਼ਨਾਨ ਕੋਈ ਕਰ ਲਵੇ, ਹਾਥੀ ਵੀ ਦਾਨ ਦੇ ਦੇ, ਗਜਾਦਕ ਦਾਨ, ਅਨੇਕ ਸਵੰਬਰ ਸਾਜ ਭਰੇਂਗੇ, ਅਨੇਕਾਂ ਤਰ੍ਹਾਂ ਦੇ ਸਵੰਬਰ ਕਰ ਲਏ। ਇਹ ਪੁਰਾਤਨ ਰੀਤ ਸੀ, ਅੱਜ ਕੱਲ੍ਹ ਘਟ ਗਈ ਹੈ ਕਿ ਕਿਸੇ ਰਾਜੇ ਦੀ ਪੁੱਤਰੀ ਨੇ ਸਵੰਬਰ ਰਚਦੀ ਸੀ ਕਿ ਮੇਰੇ ਨਾਲ ਉਹ ਸ਼ਾਦੀ ਕਰੇ ਜਿਹੜਾ ਸੂਰਵੀਰ ਹੋਵੇ। ਤੇ ਜਦੋਂ ਇਹ ਐਲਾਨ ਕਰਦੀ ਸੀ ਨਾ, ਫਿਰ ਇੱਕ ਮੈਦਾਨ ਦੇ ਵਿੱਚ ਸੂਰਵੀਰਾਂ ਦੀ ਲੜਾਈ ਹੁੰਦੀ ਸੀ। ਫਿਰ ਜਿਹੜਾ ਸੂਰਵੀਰ ਜਿੱਤ ਜਾਂਦਾ ਸੀ, ਉਹ ਸਵੰਬਰ ਰਚਿਆ ਜਾਂਦਾ ਸੀ। ਉਸ ਸਵੰਬਰ ਵਿੱਚ ਜਿਹੜਾ ਸੂਰਵੀਰ ਜਿੱਤ ਜਾਂਦਾ ਸੀ, ਉਹ ਉਸ ਰਾਜੇ ਦੀ ਪੁੱਤਰੀ ਨਾਲ ਵਿਆਹਿਆ ਜਾਂਦਾ ਸੀ। ਤੇ ਮਹਾਰਾਜ ਕਹਿੰਦੇ, ਅਨੇਕ ਸਵੰਬਰ, ਐਸੇ ਵੀ ਸੂਰਵੀਰ ਨੇ ਬੜੇ ਸਵੰਬਰ ਰਚ ਕੇ ਕਿੰਨੀਆਂ ਹੀ ਰਾਣੀਆਂ ਰੱਖੀਆਂ ਹੋਈਆਂ ਸਨ। ਇਹ ਰਾਜਾ ਜਨਕ ਸੀ, ਉਹਦੀ ਪੁੱਤਰੀ ਸੀਤਾ, ਉਹਨੇ ਵੀ ਤਾਂ ਸਵੰਬਰ ਰਚਿਆ ਸੀ ਨਾ। ਰਾਮਚੰਦਰ ਜੀ ਧਨੁਸ਼ ਨਾਲ, ਬਾਣ ਨਾਲ, ਇਹ ਸਾਰਾ ਸਵੰਬਰ ਰਚ ਕੇ ਹੀ ਸੀਤਾ ਦਾ ਰਾਮ ਦੇ ਨਾਲ ਵਿਆਹ ਹੋਇਆ ਸੀ, ਜਿਹਨੂੰ ਆਨੰਦ ਕਾਰਜ ਕਹਿ ਲਓ। ਤਾਂ ਮਹਾਰਾਜ ਕਹਿੰਦੇ ਨੇ, ਅਨੇਕ ਸਵੰਬਰ, ਐਸੇ ਐਸੇ ਸੂਰਵੀਰ, ਕਿਉਂਕਿ ਜਿੱਤਣਾ, ਸਭ ਨੂੰ ਜਿੱਤ ਕੇ ਉਸ ਸੋਹਣੀ ਔਰਤ ਦੇ ਨਾਲ, ਰਾਣੀ ਦੇ ਨਾਲ ਜੇ ਵਿਆਹ ਕਰਨਾ ਕੋਈ ਛੋਟੀ ਗੱਲ ਨਹੀਂ ਸੀ। ਉਹਦੇ ਵਾਸਤੇ ਉਹ ਕੀ ਕਰਦੇ ਸਨ? ਉਹ ਫਿਰ ਲੜਾਈਆਂ, ਯੁੱਧ ਕਰਦੇ ਸਨ। ਯੁੱਧ ਕਰਨ ਤੋਂ ਬਾਅਦ ਜਦ ਸਾਰਿਆਂ ਨੂੰ ਹਰਾ ਦਿੰਦੇ ਸਨ, ਜਿਹੜਾ ਸਭ ਤੋਂ ਸੂਰਵੀਰ ਹੁੰਦਾ ਸੀ, ਉਸ ਰਾਣੀ ਦੇ ਨਾਲ ਉਸ ਦਾ ਸਵੰਬਰ ਹੋ ਜਾਂਦਾ ਸੀ। ਤੇ ਗੁਰੂ ਸਾਹਿਬ ਕਹਿੰਦੇ ਨੇ, ਕੋਟ ਇਸ਼ਨਾਨ, ਕਰੋੜਾਂ ਤਰ੍ਹਾਂ ਦੇ ਇਸ਼ਨਾਨ ਕੋਈ ਕਰ ਲਵੇ, ਗਜਾਦਕ ਦਾਨ, ਹਾਥੀ ਵੀ ਦਾਨ ਜਾ ਕੇ ਉੱਥੇ ਕਰ ਦੇਵੇ, ਅਨੇਕ ਸਵੰਬਰ, ਅਨੇਕਾਂ ਤਰ੍ਹਾਂ ਦੇ ਸਵੰਬਰ, ਸਾਜ ਭਰੇਂਗੇ, ਸੱਜ ਕੇ ਰਚ ਕੇ ਉਹ ਭਰੇਂਗੇ, ਭਾਵ ਕਿ ਵਿਆਹ ਕਰਨਗੇ। ਦੇਖੋ, ਐਸੇ ਤਰ੍ਹਾਂ ਦੇ ਵੀ ਲੋਕ ਹਨ।
ਤੇ ਅਗਲੀ ਤੀਜੀ ਪਦ ਵਿੱਚ ਮਹਾਰਾਜ ਕੀ ਕਹਿ ਰਹੇ ਨੇ, ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ। ਕਿਆ ਕਮਾਲ ਦੇ ਅੱਖਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖੇ ਨੇ। ਇਹ ਇੱਥੇ ਉਹਨਾਂ ਦੇ ਭਰਮ ਦੂਰ ਹੁੰਦਾ ਹੈ ਜਿਹੜੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਵੀ ਦੇ ਪੁਜਾਰੀ ਹਨ। ਮਹਾਰਾਜ ਨੇ ਲਿਹਾਜ਼ ਕਿਸੇ ਦਾ ਵੀ ਨਹੀਂ ਕੀਤਾ, ਮੈਨੂੰ ਖਿਮਾ ਕਰ ਦੇਣਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਜਿਹੜੇ ਅੱਜ ਖਟਾਸ ਲੈ ਕੇ ਬੈਠੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇਵੀ ਦੇਵਤਿਆਂ ਦੀ ਪੁਜਾਰੀ ਨੇ। ਨਹੀਂ ਸਾਧ ਸੰਗਤ, ਅਸੀਂ ਉਸ ਪੰਨੇ ਗਏ ਹੀ ਨਹੀਂ ਹਾਂ। ਕਿਸੇ ਨੂੰ ਅਗਰ ਗੁਰੂ ਸਾਹਿਬ ਦੀ ਬਾਣੀ ਨੂੰ ਅਸੀਂ ਇਸ ਤਰ੍ਹਾਂ ਕਹਾਂਗੇ, ਜੇ ਕਦੀ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਉਹ ਬਾਣੀ ਸੱਚ ਸੀ ਤੇ ਜੋ ਅਸੀਂ ਕੁਫਰ ਧੋਲਿਆ ਹੋਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਬਾਰੇ, ਤੇ ਮੈਨੂੰ ਖਿਮਾ ਕਰ ਦੇਣਾ, ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲੇਗੀ। ਜਿਹੜੇ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੇ ਉੱਤੇ ਖਟਾਸ ਕਰਦੇ ਨੇ, ਜੇ ਕਦੀ ਉਹਨਾਂ ਨੂੰ ਸੋਝੀ ਆ ਗਈ ਪਰਮਾਤਮਾ ਵੱਲੋਂ ਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੀ ਹੈ, ਤਾਂ ਜੋ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਪ੍ਰਤੀ ਕੁਛ ਗੰਦ ਬੋਲਿਆ ਹੈ ਜਾਂ ਕੁਛ ਬੋਲਿਆ ਹੈ, ਤੇ ਸਾਧ ਸੰਗਤ ਉਹ ਦੇਣਦਾਰ ਹੋਣਗੇ। ਤਾਂ ਗੁਰੂ ਸਾਹਿਬ ਦੇਖੋ ਹੁਣ ਇਹ ਤੇ ਕਲੀਅਰ ਕਰ ਰਹੇ ਨੇ, ਕਿੰਨੇ ਕਿੰਨੇ ਵੱਡਿਆਂ ਦਾ ਨਾਮ ਲੈ ਰਹੇ ਨੇ। ਬ੍ਰਹਮ ਜਿਹੜਾ ਆਮ ਤੌਰ 'ਤੇ ਇੱਕ ਮਨੋਤ ਹੈ, ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਮਹੇਸ਼ਰ ਸ਼ਿਵ ਜੀ ਜਿਹੜਾ ਇਸ ਨੂੰ ਸਮੇਟਦਾ ਹੈ ਸੰਸਾਰ ਨੂੰ। ਵਿਸ਼ਨੂੰ ਮਹੇਸ਼, ਤਿੰਨੋਂ ਹੋ ਗਏ, ਬ੍ਰਹਮਾ ਵਿਸ਼ਨੂੰ ਮਹੇਸ਼। ਸੱਚੀ ਪਤ, ਸੱਚੀ ਇਹ ਅਪਛਰਾ ਸੀ ਉਹਦੀ, ਇੰਦਰ ਦੀ ਪਤਨੀ ਦਾ ਨਾਮ ਹੈ ਸੱਚੀ। ਸੱਚੀ ਪਤੀ, ਸੱਚੀ ਦਾ ਪਤੀ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਖਰ ਕਿੰਨਾ ਵਧੀਆ, ਇੰਦਰ ਵੀ ਨਹੀਂ ਲਿਖਿਆ, ਸੱਚੀ ਪਤ, ਭਾਵ ਕਿ ਸੱਚੀ ਦਾ ਪਤੀ ਕੌਣ ਹੋਇਆ? ਇੰਦਰ। ਜੇ ਕੋਈ ਸ਼ਿਵ ਜੀ, ਸੱਚੀ ਦਾ ਪਤੀ ਇੰਦਰ, ਤੇ ਬ੍ਰਹਮਾ ਤੇ ਵਿਸ਼ਨੂੰ, ਮਹਾਰਾਜ ਕਹਿੰਦੇ ਨੇ ਤਿੰਨਾਂ ਦਾ ਨਾਮ ਲੈ ਕੇ ਵੱਡੇ ਵੱਡੇ ਜਿਹੜੇ ਸਨਾਤਨ ਧਰਮ ਦੇ ਵੱਡੇ ਦੇਵਤੇ ਮੰਨੇ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਮੌਤ ਬਾਰੇ ਗੱਲ ਕਰ ਰਹੇ ਨੇ, ਅੰਤ ਫਸੇ ਜਮ ਫਾਸ ਪਰੇਂਗੇ। ਅੰਤ ਵੇਲਾ ਜਦੋਂ ਆਣਾ ਹੈ ਨਾ, ਇਹਨਾਂ ਦੇ ਜਿਹੜੇ ਕੀਤੇ ਕਰਮਾਂ ਦਾ ਹਿਸਾਬ ਹੈ ਨਾ, ਮਹਾਰਾਜ ਕਹਿੰਦੇ ਨੇ ਇਹਨਾਂ ਨੇ ਵੀ ਜਮਾ ਦੀ ਫਾਈ ਵਿੱਚ ਪੈਣਾ ਹੈ। ਹੁਣ ਸਾਡਾ ਭੁਲੇਖਾ ਦੂਰ ਹੁੰਦਾ ਹੈ ਕਿ ਗੁਰੂ ਸਾਹਿਬ ਕਿਸੇ ਦੇਵੀ ਦੇ ਪੁਜਾਰੀ ਨਹੀਂ, ਗੁਰੂ ਸਾਹਿਬ ਤੇ ਲਿਹਾਜ਼ ਹੀ ਨਹੀਂ ਕਰਦੇ। ਜਿਸ ਬ੍ਰਹਮਾ ਨੇ ਆਪਣੀ ਬੱਚੀ ਤੇ ਭੈੜੀ ਨਜ਼ਰ ਰੱਖੀ, ਉਹ ਵੀ ਅੰਤ ਵੇਲੇ ਫਿਰ ਉਹ ਜਮਾ ਦੀ ਫਾਈ ਵਿੱਚ ਪਿਆ। ਤੇ ਮੈਨੂੰ ਖਿਮਾ ਕਰ ਦੇਣਾ, ਜਿਹਦਾ ਕਿਰਦਾਰ ਹੈ ਵਜ੍ਹਾ ਹੋਏਗਾ, ਜਿਹੜਾ ਉਹਨੂੰ ਜਪੇਗਾ ਤੇ ਉਹਦਾ ਵੀ ਹਰਸ਼ਰ ਉਹੀ ਹੋਏਗਾ। ਗੁਰੂ ਸਾਹਿਬ ਕਿਸੇ ਦੇਵੀ ਦੇਵਤੇ ਨਾਲ ਜੁੜਨ ਦਾ ਸਾਨੂੰ ਨਹੀਂ ਕਹਿ ਰਹੇ। ਗੁਰੂ ਸਾਹਿਬ ਕਹਿ ਰਹੇ ਨੇ ਇਹ ਵੱਡੇ ਵੱਡੇ ਵੀ ਜਿਹੜੇ ਰਾਜੇ ਨੇ, ਰਾਜ ਕਰਨ ਵਾਲੇ ਨੇ, ਦੁਨੀਆ ਤੇ ਰਾਜ, ਤਿੰਨਾਂ ਲੋਕਾਂ ਤੇ ਰਾਜ ਕਰਨ ਵਾਲੇ, ਹਾਥੀ ਦਾਨ ਕਰਨ ਵਾਲੇ, ਛਤਰਪਤੀ ਨੇ, ਸੂਰਵੀਰ ਨੇ, ਹਾਥੀ ਦਾਨ ਕਰਨ ਵਾਲੇ, ਹੋਰ ਇਹਨਾਂ ਕੋਲ ਬੜੇ ਬਲ ਨੇ। ਪਰ ਕੀ ਹੋਏਗਾ? ਬ੍ਰਹਮਾ ਵਿਸ਼ਨੂੰ ਮਹੇਸ਼ ਇੰਦਰ ਵਰਗੇ ਦੇਵਤੇ ਵੀ ਜਦੋਂ ਅੰਤ ਸਮਾਂ ਇਹਨਾਂ ਦਾ, ਕਿਉਂਕਿ ਸਰੀਰ ਧਾਰਿਆ, ਤੇ ਸਰੀਰ ਜਿਹੜਾ ਵੀ ਇੱਕ ਵਾਰੀ ਧਾਰਦਾ ਹੈ, ਜੋ ਉਪਜਿਓ ਸੋ ਬਿਨਸ ਹੈ, ਉਹਨੇ ਇੱਕ ਦਿਨ ਸਰੀਰ ਛੱਡਣਾ ਹੀ ਹੈ। ਤਾਂ ਮਹਾਰਾਜ ਕਹਿੰਦੇ ਨੇ ਅੰਤ ਸਮੇਂ ਇਹ ਵੀ ਜਮਾ ਦੀ ਫਾਈ ਵਿੱਚ ਪੈਣਗੇ। ਦੇਖੋ ਲਿਹਾਜ਼ ਨਹੀਂ ਕੀਤਾ। ਹੁਣ ਜਿਹੜੇ ਇਹਨਾਂ ਦੇ ਉਪਾਸਕ ਹੋਣਗੇ, ਜਿਹੜੇ ਇਹਨਾਂ ਦੇ ਸੇਵਕ ਬਣੇ ਹੋਣਗੇ, ਸੁਭਾਵਕ ਹੈ ਉਹ ਵੀ ਜਮਾ ਦੇ ਹੀ ਫਾਈ ਵਿੱਚ ਆਣਗੇ। ਤਾਂ ਗੁਰੂ ਸਾਹਿਬ ਸਾਨੂੰ ਦੇਖੋ ਇੱਥੇ ਉਸ ਮੌਤ ਨੂੰ ਦੱਸ ਰਹੇ ਨੇ ਕਿ ਮੌਤ ਆਣੀ ਹੈ। ਇੱਕ ਕਬੀਰ ਸਾਹਿਬ ਦਾ ਸ਼ਬਦ ਹੈ, ਜਦੋਂ ਬੰਦਾ ਰੱਬ ਦਾ ਨਾਮ ਲੈ ਲੈਂਦਾ ਨਾ, ਤੇ ਉਸ ਵੇਲੇ ਉਹਦੀ ਅਵਸਥਾ ਉੱਚੀ ਹੋ ਜਾਂਦੀ ਹੈ। ਹੁਣ ਇਹ ਤਿੰਨੋਂ ਪੰਕਤੀਆਂ ਮਹਾਰਾਜ ਨੇ ਦੱਸਣ ਤੋਂ ਬਾਅਦ ਇੱਕ ਫੈਸਲਾ ਦਿੱਤਾ ਹੈ। ਉਹ ਫੈਸਲਾ ਇਹ ਦਿੱਤਾ ਹੈ, ਉਹ ਕਬੀਰ ਸਾਹਿਬ ਉਸ ਪੰਕਤੀ ਵਿੱਚ ਕਲੀਅਰ ਕਰਨਗੇ। ਗੁਰੂ ਸਾਹਿਬ ਕਹਿੰਦੇ ਜੇ ਨਰ, ਹੁਣ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਮਹਾਰਾਜ ਕਹਿੰਦੇ ਜੇ ਨਰ ਸਿਰੀ ਪਤ ਕੇ ਪ੍ਰਸ ਹੈ ਪਗ, ਐਵੇਂ ਪੜ੍ਹਨਾ ਹੈ। ਜੇ ਨਰ ਸਿਰੀ ਪਤ ਕੇ ਪ੍ਰਸ ਹੈ ਪਗ, ਜੇ ਨਰ ਉਹ ਵਾਲੇ ਨਰ ਕਿਹੜੇ? ਸਿਰੀਪਤ, ਸਿਰੀ ਹੁੰਦੀ ਮਾਇਆ, ਮਾਇਆ ਦਾ ਪਤੀ ਕੌਣ ਹੈ? ਰੱਬ ਹੈ। ਜੇ ਨਰ ਜਿਹੜੇ ਨਰ ਉਸ ਪਰਮਾਤਮਾ ਨੂੰ ਕੇ ਪ੍ਰਸ ਹੈ ਪਗ, ਪ੍ਰਸ ਹੁੰਦਾ ਮਤਲਬ ਕਿ ਛੂਣਾ, ਕਿਸੇ ਨੂੰ ਨਾਲ ਟੱਚ ਕਰਨਾ। ਪਗ, ਪਗ ਵੈਸੇ ਪਗੜੀ ਤੇ ਵੀ ਆਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇੱਥੇ ਪਗ ਤੋਂ ਭਾਵ ਹੈ ਪੈਰ, ਚਰਨ। ਕਹਿੰਦੇ ਜਿਹੜਾ ਸਰੀਰ, ਜੇ ਨਰ ਸਿਰੀ ਪਤ ਕੇ ਪ੍ਰਸ ਹੈ ਪਗ,
ਜਿਹੜਾ ਸਰੀਰ ਪਰਮਾਤਮਾ, ਜਿਹੜਾ ਪਤੀ ਹੈ, ਮਾਇਆ ਦਾ ਪਤੀ ਪਰਮੇਸ਼ਰ ਹੈ, ਉਹਦੇ ਚਰਨਾਂ ਨੂੰ ਫੜ ਲੇਗਾ ਤੇ ਨਰ, ਉਹ ਵਾਲੇ ਨਰ ਫੇਰ ਨਾ ਦੇ ਧਰੈਂਗੇ, ਉਹ ਵਾਲੇ ਸਰੀਰ ਦੇ ਵਿੱਚ ਦੁਬਾਰਾ ਨਹੀਂ ਆਣਗੇ। ਫਿਰ ਸੁਣੋ, ਸਰੀਰ ਸਭ ਨੇ ਲੈਣਾ ਦੁਬਾਰਾ, ਪਰ ਕਿਹੜੇ ਨਹੀਂ ਲੈਣਗੇ? ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਲੈਣਗੇ। ਹੁਣ ਚਰਨ ਤੇ ਮਹਾਰਾਜ ਦੇ ਹੈ ਹੀ ਕੋਈ ਨਹੀਂ, ਕਿ ਗੁਰੂ ਸਰੀਰ ਤੇ ਹੈ ਹੀ ਨਹੀਂ। ਜੇ ਸਥੂਲ ਹੁੰਦਾ ਤੇ ਅਸੀਂ ਜਾ ਕੇ ਪਰਮਾਤਮਾ ਦੇ ਚਰਨ ਫੜ ਲੈਂਦੇ। ਇਹ ਵੀ ਅਸੀਂ ਭੁਲੇਖਿਆਂ ਵਿੱਚ ਰਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਤੇ ਜਾ ਕੇ ਪੀੜ੍ਹੀਆਂ ਨੂੰ ਅਸੀਂ ਫੜ ਲੈਂਦੇ ਹਾਂ, ਕੋਈ ਰੱਖੜੀ ਬੰਨ੍ਹ ਦਿੰਦਾ, ਕੋਈ ਕੀ ਕਰ ਦਿੰਦਾ, ਇਹੀ ਹੁੰਦਾ ਨਾ। ਗੁਰੂ ਸਾਹਿਬ ਦੇ ਚਰਨ ਤੇ ਹੈ ਹੀ ਨਹੀਂ। ਗੁਰਬਾਣੀ ਚਾਹੇ ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਤੇ ਧੋਏ ਧੋਏ ਕਿਵੇਂ ਪੀਵਾਂਗੇ? ਮੈਂ ਹੁਣ ਪਾਣੀ ਲੈ ਕੇ ਸਤਿਗੁਰੂ ਦੇ ਚਰਨ ਕਿਵੇਂ ਧੋਵਾਂ? ਸਤਿਗੁਰ ਸਰੀਰ ਤੇ ਹੈ ਹੀ ਨਹੀਂ। ਚਰਨ ਕੀ ਨੇ? ਚਰਨ ਨੇ ਗੁਰੂ ਦੀ ਬਾਣੀ, ਚਰਨ ਨੇ ਗੁਰੂ ਦਾ ਉਪਦੇਸ਼, ਚਰਨ ਨੇ ਗੁਰੂ ਦੀ ਸਿੱਖਿਆ। ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਸਿੱਖਿਆ ਗੁਰੂ ਦੀ ਸੁਣ ਲਈ, ਦੈਟ ਇਜ਼ ਚਰਨ, ਉਹ ਚਰਨ ਹੈ। ਮਤ ਭੁਲੇਖੇ 'ਚ ਰਹੀਏ ਕਿ ਪੀੜੇ ਨੂੰ ਅਸੀਂ ਪਾਵੇ ਨੂੰ ਫੜ ਲਈਏ ਤੇ ਗੁਰੂ ਦੇ ਚਰਨ ਫੜ ਲੈਣ, ਨਹੀਂ। ਗੁਰੂ ਦੇ ਚਰਨ ਇਹ ਨੇ ਕਿ ਗੁਰੂ ਦੇ ਬਾਣੀ, ਗੁਰੂ ਦੇ ਹੀ ਚਰਨ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ, ਹੁਣ ਮੈਨੂੰ ਮੌਤ ਦਾ ਕੋਈ ਡਰ ਹੀ ਨਹੀਂ ਹੈ। ਦੇਖੋ, ਡਰੇਗਾ ਉਹ ਜਿਹਨੇ ਗੁਰੂ ਦੇ ਚਰਨ ਨਹੀਂ ਫੜੇ ਹੋਣਗੇ। ਹੋਰ ਸੌਖਾ ਲੈ ਲਓ, ਜਿਸ ਦਾ ਪਿਤਾ ਜਿੰਦਾ ਹੁੰਦਾ ਹੈ ਬੱਚੇ ਦਾ, ਤੇ ਜੇ ਉਹਦੇ ਉੱਤੇ ਔਕੜ ਆ ਜਾਏ, ਕੁਛ ਆਫਤ ਆ ਜਾਏ, ਕੁਛ ਵਿਪਤਾ ਆ ਜਾਏ, ਕੁਛ ਪ੍ਰੋਬਲਮ ਆ ਜਾਏ, ਉਹ ਪਿਤਾ ਦੇ ਚਰਨ ਫੜ ਲੇ, ਪਿਤਾ ਮੈਨੂੰ ਬਚਾ ਲਓ, ਮੇਰੇ ਕੋਲ ਇਹ ਗਲਤੀ ਹੋ ਗਈ ਹੈ। ਤੇ ਪਿਤਾ ਜੇ ਉਹਦਾ ਜਿੰਦਾ ਹੋਏਗਾ, ਉਹ ਕਹੇਗਾ ਘਬਰਾ ਨਾ ਪੁੱਤਰ, ਮੈਂ ਬੈਠਾ ਹਾਂ। ਇਹ ਗੱਲ ਹੁੰਦੀ ਹੈ ਨਾ, ਤੇ ਪੁੱਤਰ ਦਾ ਹੌਸਲਾ ਵੱਧ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ। ਕਹਿੰਦੇ ਨੇ ਹੁਣ ਮੇਰੀ ਜਿਹੜੀ ਮੱਤ ਹੈ ਨਾ, ਬੁੱਧੀ ਹੈ, ਉਸ ਨੂੰ ਹੁਣ ਕੋਈ ਨਿਰਾਦਰੀ ਨਹੀਂ ਕਰ ਸਕਦਾ। ਕਿਉਂ? ਜਿਨ ਇਹ ਮਨੁਆ ਸਿਰਜਿਆ ਸੋ ਜਪਿਆ ਪਰਵਦਗਾਰ। ਮੈਂ ਉਸ ਪਰਵਦਗਾਰ ਨੂੰ, ਉਸ ਮਾਲਕ ਨੂੰ ਜਪ ਲਿਆ ਜਿਨੇ ਇਹ ਜਮਾਂ ਨੂੰ ਬਣਾਇਆ। ਦੇਖੋ, ਜਿਸ ਨੇ ਜਮਾਂ ਨੂੰ ਬਣਾਇਆ, ਕਬੀਰ ਸਾਹਿਬ ਕਹਿੰਦੇ ਨੇ, ਮੈਂ ਉਹ ਜਮ ਨੂੰ ਹੀ, ਮੈਂ ਉਸ ਪਰਵਦਗਾਰ ਨੂੰ ਹੀ ਜਪ ਲਿਆ ਹੈ। ਮੈਂ ਪਹਿਲਾਂ ਕਿਹਾ, ਜੇ ਪਿਓ ਨੂੰ ਹੀ ਅਸੀਂ ਰਾਜੀ ਕਰ ਲਈਏ, ਫਿਰ ਬੱਚੇ ਨੂੰ ਸੰਸਾਰ ਵਿੱਚ ਦੁਖੀ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਨੇ, ਫਿਰ ਕਬੀਰ ਸਾਹਿਬ ਕਹਿੰਦੇ ਨੇ ਕਿ ਬੋਹਰ ਹਮ ਕਾਵੇ ਆਏਂਗੇ। ਹੁਣ ਅਸੀਂ ਕਾਹਦੇ ਵਾਸਤੇ ਆਣਾ ਹੈ? ਹੰਕਾਰ 'ਚ ਨਹੀਂ ਕਹਿ ਰਹੇ ਕਬੀਰ ਸਾਹਿਬ, ਕਹਿੰਦੇ ਨੇ ਹੁਣ ਸੰਸਾਰ ਵਿੱਚ ਬੋਹਰ ਹਮ ਕਾਹੇ ਆਵੇਂਗੇ। ਅਸੀਂ ਕਿਉਂ ਆਵਾਂਗੇ ਹੁਣ? ਕਿਉਂਕਿ ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੇ ਬੂਝ ਸਮਾਵੇਂਗੇ। ਕਹਿੰਦੇ ਨੇ ਆਉਣ ਜਾਣ ਤੇ ਉਸ ਪਰਮਾਤਮਾ ਦੇ ਹੱਥ ਹੈ, ਤੇ ਅਸੀਂ ਉਸ ਹੁਕਮ ਦੇ ਵਿੱਚ ਹੀ ਸਮਾ ਗਏ, ਤੇ ਅਸੀਂ ਦੁਬਾਰਾ ਕਿੱਥੋਂ ਆਣਾ ਹੈ? ਤਾਂ ਕਬੀਰ ਸਾਹਿਬ ਨੇ ਸਾਨੂੰ ਨਾ ਬੜੀਆਂ ਚੀਜ਼ਾਂ ਇੱਕ ਐਸੀਆਂ ਦਸੀਆਂ ਨੇ। ਕਹਿੰਦੇ ਨੇ, ਬਾਬਾ ਅਬ ਨਾ ਬਸੋ ਇਸ ਗਾਉਂ। ਮੈਂ ਹੁਣ ਇਸ ਗਾਉਂ ਵਿੱਚ, ਇਸ ਸਰੀਰ ਦੇ ਵਿੱਚ, ਬਾਬਾ ਇਹ ਨਾ ਬਸੋ, ਅਬ ਨਾ ਬਸੋ ਇਹ ਗਾਉਂ। ਮੈਂ ਹੁਣ ਇਸ ਗਾਉਂ ਦੇ ਵਿੱਚ, ਸਰੀਰ ਵਿੱਚ ਨਹੀਂ ਵਸਣਾ, ਦੁਬਾਰਾ ਨਹੀਂ ਆਉਣਾ। ਕਿਉਂ? ਕਿਉਂਕਿ ਘਰੀ ਘਰੀ ਕਾ ਲੇਖਾ ਮੰਗੇ, ਕਾਹਿਤ ਕੇ ਤੂੰ ਗਨਾਓ। ਇਹ ਪਰਮਾਤਮਾ, ਇਹਨਾਂ ਨੇ ਤੇ ਘੜੀ ਘੜੀ ਦਾ ਲੇਖਾ ਮੰਗਣਾ ਹੈ। ਜਿਹੜੇ ਮੁਨੀਮ ਬੈਠੇ ਨੇ, ਜਿਹੜੇ ਪਟਵਾਰੀ ਬੈਠੇ ਨੇ, ਜਿਨ੍ਹਾਂ ਨੇ ਹਿਸਾਬ ਲੈਣਾ ਮੇਰੇ ਕੋਲੋਂ ਅੱਗੇ ਚੱਲ ਕੇ, ਜਮਾਂ ਨੇ, ਇਹ ਧਰਮਰਾਜ ਨੇ, ਤੇ ਉਹ ਲੇਖਾ ਮੇਰੇ ਕੋਲ ਮੰਗਣਗੇ। ਤੇ ਹੇ ਪਰਮਾਤਮਾ, ਮੈਂ ਹੁਣ ਇਸ ਪਿੰਡ, ਇਸ ਸਰੀਰ 'ਚ ਦੁਬਾਰਾ ਨਹੀਂ ਆਉਣਾ। ਕਿਉਂ? ਕਿਉਂਕਿ ਦੇਹੀ ਗਾਵਾਂ ਜਿਉ ਧਰ ਮਹਿ ਤੋ ਬਸੇ ਪੰਜ ਕਿਰਸਾਨਾ। ਇਸ ਦੇਹੀ ਇਹ ਗਾਂਵ ਹੈ। ਕਬੀਰ ਸਾਹਿਬ ਕਹਿੰਦੇ, ਸਾਡਾ ਜਿਹੜਾ ਸਰੀਰ ਨਾ, ਇੱਕ ਪਿੰਡ ਹੈਗਾ, ਸਰੀਰ ਹੈ, ਇਹ ਗਾਂਵ ਹੈ। ਜਿਉ ਧਰ ਮਹਿ ਤੋ, ਤੇ ਜਿਹੜੇ ਅੰਦਰ ਇਹਦੀ ਆਤਮਾ ਹੈ ਨਾ, ਉਹ ਚੌਧਰੀ ਹੈ। ਪੰਜ ਕਿਰਸਾਨਾ ਇਹਦੇ ਵਿੱਚ ਵਸਦੇ ਨੇ। ਤੇ ਕਬੀਰ ਸਾਹਿਬ ਕਹਿੰਦੇ ਨੇ, ਨੈਨੂ ਨਕਟੂ ਸਰਵਣੂ ਰਸ ਪਤ ਇੰਦਰੀ ਕਹਿਆ ਨਾ ਮਾਨਾ। ਪਰ ਗੱਲ ਇਹ ਵੇ, ਜਿਹੜੇ ਅੰਦਰ ਮੇਰੀਆਂ ਅੱਖਾਂ ਨੇ, ਜਿਹੜਾ ਨੱਕ ਹੈ, ਜਿਹੜੇ ਕੰਨ ਨੇ, ਔਰ ਰਸ ਪਤ ਜਿਹੜੀ ਰਸ ਸਵਾਦ ਲੈਂਦੀ ਰਸਨਾ ਹੈ, ਔਰ ਇੰਦਰੀਆਂ ਜਿਹਦੇ ਨਾਲ ਮੈਂ ਕਾਮ ਵਾਸਨਾ ਭੋਗਣਾ ਵਾ, ਜਾਂ ਚਮੜੀ ਕਹਿ ਲਓ, ਉਹ ਤੇ ਮੇਰੇ ਕਿਹਾ ਮੰਨਦੀ ਨਹੀਂ। ਤੇ ਕਬੀਰ ਸਾਹਿਬ ਕਹਿੰਦੇ ਨੇ,
ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਤੇ ਜਦੋਂ ਧਰਮ ਰਾਜ ਨੇ ਹਿਸਾਬ ਮੰਗਣਾ ਮੇਰੇ ਕੋਲੋਂ ਤਾਂ ਉਸ ਵੇਲੇ ਮੇਰਾ ਤੇ ਦੇਣਦਾਰੀ ਨਿਕਲਣੀ ਹੈ। ਤੇ ਫਿਰ ਕੀ ਕਹਿੰਦੇ ਨੇ, ਪੰਜ ਕਿਰਸਾਨਾਂ ਵਾ ਭਾਗ ਗਏ ਲੈ ਬਾਦਿਓ ਜੀਓ ਦਰਬਾਰੀ। ਉਸ ਵੇਲੇ ਜਿਨ੍ਹਾਂ ਪੰਜਾਂ ਨੇ ਮੇਰੇ ਉੱਤੇ ਰਾਜ ਕਰ ਰਹੇ ਸਨ, ਇਹ ਇੰਦਰੀਆਂ, ਉਸ ਵੇਲੇ ਤਾਂ ਇਹਨਾਂ ਨੇ ਭੱਜ ਜਾਣਾ, ਉਸ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ। ਤੇ ਹਿਸਾਬ ਮੇਰਾ ਇਸ ਜਿੰਦ ਨੇ ਦੇਣਾ ਹੈ ਜਿਨ੍ਹੇ ਮਾੜੇ ਕਰਮ ਕੀਤੇ ਨੇ। ਤਾਂ ਕਬੀਰ ਸਾਹਿਬ ਅਖੀਰ ਵਿੱਚ ਕਹਿੰਦੇ ਨੇ, ਕਹੈ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਿਬੇਰਾ। ਇਸ ਖੇਤ ਦਾ, ਇਸ ਸਰੀਰ ਦਾ, ਇਸ ਜਨਮ ਦਾ ਇਸੇ ਵਾਲੇ ਹੀ ਨਿਬੇਰਾ ਕਰ ਦੋ। ਕਿਉਂ? ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਭੋਜਲ ਫੇਰਾ। ਤੁਸੀਂ ਇਸ ਵਾਰੀ ਹੀ ਮੇਰਾ ਨਿਬੇਰਾ ਕਰ ਦੋ, ਮੈਂ ਦੁਬਾਰਾ ਨਾ ਆਵਾਂ। ਤਾਂ ਇੱਥੇ ਗੁਰੂ ਸਾਹਿਬ ਕਹਿੰਦੇ, ਜੇ ਨਰ ਸ੍ਰੀ ਪਤ ਕੇ ਪ੍ਰਸੈ ਪਗ ਤੇ ਨਰ ਫੇਰ ਨਾ ਦੇ ਤਰੈਂਗੇ। ਕਹਿੰਦੇ ਜਿਹੜੇ ਗੁਰੂ ਦੇ ਚਰਨ ਫੜ ਲੈਣਗੇ ਉਸ ਜਹਾਜ਼ੇ ਚੜ੍ਹ ਜਾਣਗੇ, ਗੁਰੂ ਦਾ ਨਾਮ ਲੈ ਲੈਣਗੇ, ਗੁਰੂ ਦੀ ਅੰਮ੍ਰਿਤ ਬਾਟੇ ਦੀ, ਖੰਡੇ ਬਾਟੇ ਦੀ ਪੋਲ ਲੈ ਲੈਣਗੇ। ਕੱਲ੍ਹ ਮੈਂ ਇੱਕ ਪੋਸਟ ਪਾਈ ਸੀ, ਕਹਿੰਦੇ ਜਿਤਨੇ ਮਰਜ਼ੀ ਤੁਸੀਂ ਸਿੱਖੀ ਸਰੂਪ ਬਣ ਜਾਓ, ਪਰ ਉਹ ਤੁਸੀਂ ਭੇਖੀ ਮੰਨੇ ਜਾਓਗੇ ਜੇ ਤੁਸੀਂ ਗੁਰੂ ਵਾਲੇ ਨਹੀਂ ਹੋ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਅੰਤ ਵੇਲੇ ਜੇ ਤੁਸੀਂ ਗੁਰੂ ਦੇ ਪਰਮਾਤਮਾ ਦੇ ਚਰਨ ਫੜ ਲਏ ਨਾ, ਤੇ ਤੁਸੀਂ ਇਹ ਆਉਣ ਜਾਣ ਦਾ ਗੇੜ ਨਹੀਂ ਹੋਏਗਾ। ਕਿਉਂਕਿ ਸੰਸਾਰ ਵਿੱਚ ਜਿਹਨੇ ਪੈਦਾ ਹੋਇਆ ਹੈ ਉਹਨੇ ਜਾਣਾ ਹੀ ਹੈ। ਮੈਨੂੰ ਕੱਲ੍ਹ ਕਿਸੇ ਨੇ ਸਵਾਲ ਕੀਤਾ, ਮੇਰੀ ਕਿਸੇ ਨਾਲ ਵਿਚਾਰ ਹੋ ਰਹੀ ਸੀ, ਕਹਿੰਦੇ ਵੀਰ ਜੀ ਇੱਕ ਗੱਲ ਦੱਸੋ, ਦੇਖੋ ਬੜੇ ਬੜੇ ਸੂਝਵਾਨ ਵੀ ਸਰੀਰ ਆਉਂਦੇ ਨੇ, ਬੋਲਦੇ ਨੇ। ਮੈਨੂੰ ਨੇ ਬੜਾ ਸੁੰਦਰ ਸਵਾਲ ਕੀਤਾ, ਕਹਿੰਦੇ ਵੀਰ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਵੀ ਸੰਸਾਰ ਵਿੱਚ ਆਉਂਦਾ ਹੈ ਕਰਮਾਂ ਕਰਕੇ ਆਉਂਦਾ ਹੈ, ਤੇ ਜੇ ਉਹਨੇ ਮੁਕਤ ਹੋਣਾ ਹੈ ਤਾਂ ਉਹਦੀ ਬਖਸ਼ਿਸ਼ ਕਰਕੇ ਮੁਕਤ ਹੋ ਜਾਂਦਾ ਆਵਾਗਮਨ ਤੋਂ। ਮੈਂ ਕਿਹਾ ਬਿਲਕੁਲ ਠੀਕ ਹੈ, ਕਿਉਂਕਿ ਇਹ ਸੰਸਾਰ ਸਾਰਾ ਹੀ ਦੁੱਖਾਂ ਦਾ ਘਰ ਹੈ, ਤੇ ਐਵੇਂ ਕਹਿ ਲਓ ਦੁੱਖਾਂ ਦਾ ਹਸਪੀਟਲ ਹੈ ਸੰਸਾਰ। ਇੱਥੇ ਹਰ ਕੋਈ ਦੁਖੀ ਹੈ, ਆਪਣੀ ਮੌਤ ਕਰਕੇ ਕੋਈ ਦੁਖੀ ਹੈ, ਕੋਈ ਕਿਸੇ ਕਰਕੇ। ਤੇ ਗੁਰੂ ਸਾਹਿਬ ਨੇ ਨਾ ਮਤਲਬ ਕਿ ਇੱਕ ਮੌਤ ਨੂੰ ਵੀ ਉਹਦੀ ਦਾਤ ਕਿਹਾ ਕਿਸੇ ਵੀ ਗ੍ਰੰਥ ਵਿੱਚ। ਦੇਖੋ ਜੀਣੇ ਨੂੰ ਤੇ ਦਾਤ ਕਹੀਏ, ਮੌਤ ਨੂੰ ਦਾਤ ਨਹੀਂ ਕਹੀ। ਤੁਸੀਂ ਪੇਟ ਭਰਿਆ ਹੋਵੇ ਤੇ ਉਹਦੀ ਦਾਤ ਕਹਿੰਦੇ ਹੋ ਨਾ, ਪਰ ਗੁਰੂ ਸਾਹਿਬ ਕਹਿੰਦੇ ਪੇਟ ਤੇ ਭਰੇ ਨੂੰ ਛੱਡੋ, ਤੂੰ ਭੁੱਖਾ ਵੀ ਹੈ ਨਾ, ਭੁੱਖਾ ਤਾਂ ਵੀ ਉਹਦੀ ਦਾਤ ਹੈ। ਰੋਜ਼ ਹੁਣੇ ਪੜ੍ਹਿਆ ਨਾ, ਕੇਤਿਆਂ ਦੁੱਖ ਭੂਖ ਸਦ ਮਾਰੇ ਕੇ ਕਹਿੰਦੇ ਨੇ ਇਹ ਬੇ ਦਾਤ ਤੇਰੀ ਦਾਤਾਰ। ਇਹਦਾ ਭਾਵ ਇਹ ਵੇ ਕਿ ਮਹਾਰਾਜ ਨੇ ਮੌਤ ਨੂੰ ਵੀ ਉਹਦੀ ਦਾਤ ਹੀ ਕਿਹਾ। ਭੁੱਖੇ 'ਚ ਕੌਣ ਕਹਿੰਦਾ ਇਹ ਵੀ ਉਹਦੀ ਦਾਤ ਹੈ? ਦੇਖੋ ਰੱਜੇ ਹੋਵੇ, ਬੜਾ ਕੁਝ ਸਾਨੂੰ ਮਿਲਦਾ ਹੋਵੇ, ਅਸੀਂ ਕੀ ਕਹਿੰਦੇ ਹਾਂ? ਸਭ ਦਾਤੇ ਦੀ ਕਿਰਪਾ ਹੈ, ਉਹਦੀ ਮਿਹਰ ਹੈ। ਪਰ ਕੋਈ ਭੁੱਖਾ ਹੋਵੇ ਉਹ ਵੀ ਕਹੇ ਇਹ ਵੀ ਉਹਦੀ ਮਿਹਰ ਹੈ, ਕੋਈ ਨਹੀਂ ਕਹਿੰਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਤੂੰ ਭੁੱਖਾ ਵੀ ਹੈ, ਤੂੰ ਦੁਖੀ ਵੀ ਹੈ, ਤੂੰ ਮੌਤ ਵੀ ਆਣੀ ਹੈ, ਇਹ ਵੀ ਉਹਦੀ ਦਾਤ ਹੀ ਆ। ਤਾਂ ਮੈਨੂੰ ਉਸਨੇ ਪਿਆਰ ਵਾਲੇ ਨੇ ਸਵਾਲ ਕੀਤਾ, ਵੀਰ ਜੀ ਤੁਸੀਂ ਗੱਲ ਕਰ ਰਹੇ ਹੋ ਬ੍ਰਹਮਾ ਵਿਸ਼ਨੂੰ ਮਹੇਸ਼ ਸਾਰੇ ਆਏ, ਸਭ ਜੂਨਾਂ ਵਿੱਚ ਪਏ। ਮੈਂ ਕਿਹਾ ਮੈਂ ਨਹੀਂ ਕਹਿ ਰਿਹਾ, ਬਾਣੀ ਕਹਿ ਰਹੀ ਹੈ, ਅੰਤ ਫਸੇ ਜਮ ਫਾਸ ਪਰੇਂਗੇ। ਇਹਨਾਂ ਆਪਣੀਆਂ ਕਰਤੂਤਾਂ ਕਰਕੇ ਇਹ ਵੀ ਅੰਤ ਵੇਲੇ ਜਮਾਂ ਦੀ ਫਾਈ ਵਿੱਚ ਪਏ ਨੇ, ਭਾਵੇਂ ਬ੍ਰਹਮਾ ਸੀ ਵਿਸ਼ਨੂੰ ਸੀ ਮਹੇਸ਼ ਸੀ, ਇਹਨਾਂ ਦੇ ਕਿਰਦਾਰ ਕਰਕੇ। ਮਹਾਰਾਜ ਨੇ ਕਿਹਾ ਨਾ, ਹੁਣ ਪੜ੍ਹਿਆ ਸੀ ਚੌਪਈ ਵਿੱਚ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ। ਮਹਾਰਾਜ ਕਹਿੰਦੇ ਨੇ ਇਹ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਕਹਿੰਦੇ ਫਿਰ ਵੀਰ ਜੀ ਗੱਲ ਦੱਸੋ, ਗੁਰੂ ਨਾਨਕ ਪਾਤਸ਼ਾਹ ਵੀ ਤੇ ਆਏ ਨੇ ਨਾ, ਉਹ ਵੀ ਫਿਰ ਕਰਮਾਂ ਕਰਕੇ ਹੀ ਆਏ ਨੇ। ਇਹਦਾ ਮਤਲਬ ਸਰੀਰ ਧਾਰਿਆ ਉਹਨਾਂ ਨੇ, ਤੇ ਉਹਨਾਂ ਵੀ ਜਨਮ ਮਰਨ ਦਾ ਗੇੜ ਤਿਆਰ ਹੈ। ਮੈਂ ਕਿਹਾ ਨਹੀਂ ਭੋਲਿਆ, ਨਹੀਂ ਕਦੀ ਇਹੋ ਜਿਹੇ ਅੱਖਰ ਕਿਹਾ ਵੀ ਨਾ ਕਰੋ ਆਪਣੇ ਗੁਰੂ ਪ੍ਰਤੀ। ਕਹਿੰਦੇ ਕਿਉਂ? ਕਹਿੰਦੇ ਉਹ ਵੀ ਤੇ ਦੇਹ ਵਿੱਚ ਆਏ ਨੇ। ਮੈਂ ਕਿਹਾ ਪਹਿਲੀ ਗੱਲ ਤੇ ਇਹ ਵੇ ਪਿਆਰਿਆ ਕਿ ਜਦੋਂ ਪਰਮਾਤਮਾ ਦੀ ਮੋਜ ਹੁੰਦੀ ਹੈ ਨਾ, ਉਹ ਆਪ ਰੂਪ ਧਾਰ ਕੇ ਸੰਸਾਰ ਵਿੱਚ ਆਉਂਦਾ ਹੈ। ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਓ। ਰੱਬ ਦਾ ਦਿਲ ਕਰਦਾ ਮੈਂ ਸੰਸਾਰ ਵਿੱਚ ਆਵਾਂ, ਤੇ ਉਹ ਆਪਣਾ ਰੂਪ ਧਾਰ ਕੇ ਸੰਸਾਰ ਵਿੱਚ ਆਉਂਦਾ ਹੈ। ਤੇ ਮੈਂ ਕਿਹਾ ਇੱਕ ਗੱਲ ਹੋਰ ਦੱਸਾਂ, ਮੈਂ ਕਿਹਾ ਚੱਲ ਤੈਨੂੰ ਹੋਰ ਸੌਖਾ ਲੈ ਲਈਏ। ਕਹਿੰਦੇ ਵੀਰ ਜੀ ਗੱਲ ਤੇ ਠੀਕ ਹੈ, ਪਰ ਫਿਰ ਵੀ ਗੱਲ ਤੇ ਹੈ ਨਾ, ਗੁਰੂ ਨਾਨਕ ਪਾਤਸ਼ਾਹ ਨੇ ਵੀ ਤੇ ਮਾਤਾ ਦੀ ਕੁੱਖੀ 'ਚੋਂ ਜਨਮ ਲਿਆ ਹੈ ਨਾ। ਮੈਂ ਕਿਹਾ ਇੱਕ ਤੇ ਜਨਮ ਨਾ ਕਿਹਾ ਕਰੋ, ਪ੍ਰਗਟ ਹੋਏ ਨੇ।
ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲਵਾ। ਮੈਂ ਕਿਹਾ ਹੁਣ ਸੌਖਾ ਉਦਾਹਰਨ ਲੈ ਲੈ। ਕਹਿੰਦਾ ਕਿਸ ਤਰ੍ਹਾਂ? ਮੈਂ ਕਿਹਾ ਵੀਰ ਜੀ ਹੌਸਪੀਟਲ ਹੈ, ਮਰੀਜ਼ ਤੜਫਦੇ ਹੁੰਦੇ ਨੇ ਉਸ ਹੌਸਪੀਟਲ ਵਿੱਚ, ਤੇ ਦੁਖੀ ਹੁੰਦੇ ਨੇ। ਘਰੋਂ ਬਿਮਾਰ ਹੁੰਦੇ ਹੋ ਤੁਸੀਂ, ਕਿੱਥੇ ਜਾਂਦੇ ਹੋ? ਹੌਸਪੀਟਲ ਜਾਂਦੇ ਹੋ ਨਾ। ਤੇ ਮੈਂ ਕਿਹਾ ਉਸ ਹੌਸਪੀਟਲ ਵਿੱਚ ਜਿਸ ਗੇਟ ਦੇ ਵਿੱਚੋਂ ਮਰੀਜ਼ ਨਿਕਲਦਾ ਹੈ, ਉਸ ਗੇਟ ਦੇ ਵਿੱਚੋਂ ਡਾਕਟਰ ਵੀ ਨਿਕਲਦਾ ਹੈ। ਤੇ ਡਾਕਟਰ ਦੁਖੀ ਹੈ? ਨਹੀਂ, ਉਹ ਡਾਕਟਰ, ਮਰੀਜ਼ ਨਿਕਲਿਆ ਆਪਣਾ ਦੁੱਖ ਕੱਟਣ ਵਾਸਤੇ, ਤੇ ਜਿਹੜਾ ਡਾਕਟਰ ਗਿਆ ਦੁੱਖ ਕੱਟਣ ਵਾਸਤੇ ਨਿਕਲਿਆ। ਮੈਂ ਕਿਹਾ ਸੰਸਾਰ ਵੀ ਇੱਕ ਹੌਸਪੀਟਲ ਹੈ, ਇਹਦੇ ਵਿੱਚ ਵੀ ਸਾਡੇ ਵਰਗੇ ਸਾਰੇ ਵਿਕਾਰਾਂ ਦੇ ਮਰੀਜ਼ ਬੈਠੇ ਆ। ਕਿਸੇ ਨੂੰ ਕਾਮ ਦਾ, ਕਿਸੇ ਨੂੰ ਕ੍ਰੋਧ ਦਾ, ਕਿਸੇ ਨੂੰ ਲੋਭ। ਇਹ ਆਹੂੰ ਜੁਗਤ ਬਿਹਾਨੇ ਕਈ ਜਨਮ, ਅਸੀਂ ਕਈ ਜਨਮਾਂ ਤੋਂ ਭਟਕਦੇ ਆ ਰਹੇ ਹਾਂ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਰ ਇਹ ਦੇ ਸੰਜਰੀਆ। ਮੈਂ ਕਿਹਾ ਆ ਤੇ ਡਾਕਟਰ ਵੀ ਰਿਹਾ, ਪਰ ਡਾਕਟਰ ਦੁੱਖ ਕੱਟਣ ਵਾਸਤੇ ਆ ਰਿਹਾ ਹੈ। ਸੰਸਾਰ ਵਿੱਚ ਗੁਰੂ ਨਾਨਕ ਵੀ ਆਏ, ਸਾਡੇ ਵਰਗੇ ਪਾਪੀ ਵੀ ਆਏ। ਅਸੀਂ ਕਰਮਾਂ ਦੇ ਭੋਗਾਂ ਕਰਕੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਅਸੀਂ ਕਰਮਾਂ ਦੇ ਕਰਕੇ ਵਿਛੜੇ ਸੰਸਾਰ ਵਿੱਚ ਆਏ ਹਾਂ। ਗੁਰੂ ਨਾਨਕ ਪਾਤਸ਼ਾਹ ਲੋਕਾਂ ਦੇ ਦੁੱਖ ਕੱਟਣ ਆਏ ਨੇ। ਜਨ ਪਰਉਪਕਾਰੀ ਆਏ, ਜੀ ਦਾਨ ਤੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਉਹ ਸੰਸਾਰ ਵਿੱਚ ਆਉਂਦੇ ਨੇ ਲੋਕਾਂ ਦਾ ਭਲਾ ਕਰਨ ਵਾਸਤੇ। ਸਾਡੇ ਵਰਗਿਆਂ ਨੂੰ ਇਹ ਬਾਣੀ ਦਾ ਖਜ਼ਾਨਾ ਦੇ ਕੇ, ਉਸ ਬਾਣੀ ਦੇ ਸਦਕੇ ਸਾਡਾ ਉਧਾਰ ਕਰਨ ਵਾਸਤੇ ਆਏ ਨੇ। ਆਇਆ ਉਹ ਵੀ ਡਾਕਟਰ ਹੈ, ਉਹ ਵੀ ਹਸਪੀਟਲ ਵਿੱਚ ਉਸੇ ਗੇਟ 'ਚੋਂ ਗਿਆ, ਪਰ ਉਹ ਬਿਮਾਰ ਨਹੀਂ, ਉਹ ਬਿਮਾਰੀਆਂ ਦੇ ਰੋਗ ਕੱਟਣ ਵਾਸਤੇ ਆਇਆ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ। ਹੁਣ ਜੇਲ੍ਹ ਦੇ ਅੰਦਰ ਤੇ ਸਾਰੇ ਕੈਦੀ ਨੇ, ਆਪਣੀ ਬੰਦ ਖਲਾਸ, ਆਪਣੀ ਮੁਕਤੀ ਕਰਾਉਣ ਵਾਸਤੇ ਬੈਠੇ ਨੇ ਜਾਂ ਸਜ਼ਾ ਭੁਗਤ ਰਹੇ ਨੇ। ਉੱਥੇ ਜੇਲਰ ਵੀ ਆਉਂਦਾ ਹੈ, ਤੇ ਜੇਲਰ ਥੋੜ੍ਹਾ ਕੋਈ ਮੁਜਰਿਮ ਹੈ। ਜੇਲਰ ਉਹਨਾਂ ਨੂੰ ਉਹਨਾਂ ਦੀ ਦੱਸੇ ਹੋਏ ਕਰਮਾਂ ਬਾਰੇ ਦੱਸਦਾ ਹੈ ਕਿ ਤੁਸੀਂ ਇਹ ਕਰਮ ਕੀਤੇ ਨੇ, ਇੱਥੇ ਹੁਣ ਇਹੋ ਜਿਹੀ ਸਜ਼ਾ ਭੋਗੋਗੇ, ਅੱਛਾ ਕਰਮ ਕਰੋਗੇ ਤੁਹਾਡੀ ਸਜ਼ਾ ਕੱਟੀ ਜਾਏਗੀ। ਆਂਦਾ ਕੈਦੀ ਵੀ ਹੈ ਜੇਲ੍ਹ ਵਿੱਚ, ਤੇ ਆਂਦਾ ਜੇਲਰ ਵੀ ਹੈ, ਇੰਸਪੈਕਟਰ ਵੀ ਆਉਂਦਾ ਉੱਥੇ। ਹਸਪਤਾਲ ਵਿੱਚ ਮਰੀਜ਼ ਵੀ ਆਉਂਦੇ ਨੇ, ਡਾਕਟਰ ਵੀ ਆਉਂਦੇ ਨੇ। ਪਰ ਡਾਕਟਰ, ਸਾਡੇ ਵਰਗਿਆਂ ਦਾ ਸੰਸਾਰ ਵੀ ਇੱਕ ਹਸਪੀਟਲ ਹੈ। ਇਹਦੇ ਵਿੱਚ ਵੀ ਅਸੀਂ ਕਿਸੇ ਨਾ ਕਿਸੇ ਬਿਮਾਰੀਆਂ ਕਰਕੇ, ਸਾਨੂੰ ਕਰਮਾਂ ਕਰਕੇ, ਅਸੀਂ ਕਰਮਾਂ ਦੇ ਕਰਕੇ ਵਿਛੜੇ ਹਾਂ, ਤੇ ਪਰਮਾਤਮਾ ਦੀ, ਗੁਰੂ ਦੀ ਬਖਸ਼ਿਸ਼ ਕਰਕੇ ਉਸ ਪਰਮਾਤਮਾ ਨਾਲ ਮਿਲਣਾ ਹੈ। ਖੇਡ ਬਸ ਇੰਨੀ ਹੈ। ਗੁਰੂ ਨਾਨਕ ਪਾਤਸ਼ਾਹ ਵੀ ਆਏ, ਪਰ ਉਹ ਕਰਮਾਂ ਕਰਕੇ ਨਹੀਂ ਆਏ, ਸਾਡੇ ਜੀਆਂ ਦਾ ਉਧਾਰ ਕਰਨ ਵਾਸਤੇ ਆਏ। ਜੋ ਜਾਣੇ ਤੇ ਸਦਾ ਸੁਖ ਹੋਏ, ਮਾਰੇ ਕਹਿੰਦੇ ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ। ਉਹ ਕੌਣ ਨੇ? ਉਹ ਧਨਵੰਤ, ਕੁਲਵੰਤ, ਪਤਵੰਤ। ਮਾਰੇ ਕਹਿੰਦੇ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਮਾਰੇ ਕਹਿੰਦੇ ਧਨ 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 ਜਨ ਆਇਆ, 3 ਵਾਰੀ ਧਨ ਕਿਹਾ। ਇਹਦਾ ਕੀ ਭਾਵ ਹੈ? ਉਹ ਪਿੱਛੋਂ ਵੀ ਧਨ ਸੀ ਮਹਾਰਾਜ, ਹੁਣ ਵੀ ਨੇ। ਜੇ ਦੁਨੀਆ ਨਾ ਵੀ ਹੋਏਗੀ ਤਾਂ ਵੀ ਉਹ ਧਨ ਹੀ ਰਹਿਣਗੇ। ਜਿਸ ਤਰ੍ਹਾਂ ਅਸੀਂ ਬੋਲਣਾ ਨਾ, ਬੋਲਣਾ ਜੀ ਵਾਹਿਗੁਰੂ 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 ਚਿੱਤ ਆਵੇ, 3 ਵਾਰੀ ਕਿਉਂ ਬੋਲੀਦਾ? ਉਹ ਵਾਹਿਗੁਰੂ ਪਹਿਲਾਂ ਵੀ ਸੀ, ਹੁਣ ਵੀ ਹੈ, ਅਗਾਮ ਹੀ ਹੋਈ ਰਹੇਗਾ। ਜਾਂ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਇਸ ਤਰ੍ਹਾਂ ਵੀ ਕਹਿ ਲਓ। ਤੇ ਗੁਰੂ ਸਾਹਿਬ ਦੇਖੋ ਕਹਿੰਦੇ ਨੇ ਧਨ 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 ਜਨ ਆਇਆ। ਉਹ ਧਨ ਨੇ ਕੀ ਕੀਤਾ ਉਹਨਾਂ ਨੇ? ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ। ਉਹਨਾਂ ਦੇ ਆਉਣ ਦਾ ਕੀ ਮਤਲਬ ਸੀ? ਸੁਆਓ ਕੀ ਮਨੋਰਥ ਸੀ? ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਉ। ਉਹਨਾਂ ਨੂੰ ਵੇਖ ਕੇ, ਗੁਰੂ ਨਾਨਕ ਨੂੰ ਵੇਖ ਕੇ, ਗੁਰੂ ਦੇ ਪਿਆਰਿਆਂ ਨੂੰ ਵੇਖ ਕੇ ਕੀ ਹੁੰਦਾ? ਉਸ ਪਰਮਾਤਮਾ ਦਾ ਨਾਮ ਚੇਤੇ ਆ ਜਾਂਦਾ। ਤਾਂ ਹੀ ਕਹੀਦਾ ਨਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਉ। ਮਾਰੇ ਕਹਿੰਦੇ ਨੇ ਆ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਬਈ ਆਪ ਜਿਹੜਾ ਮੁਕਤ ਹੈ ਉਹੀ ਮੁਕਤ ਕਰੇਗਾ ਨਾ। ਤੇ ਗੁਰੂ ਨਾਨਕ ਤੇ ਆਪ ਹੀ ਮੁਕਤ ਨੇ। ਜਿਹੜਾ ਇਹਨਾਂ ਦਾ ਪੱਲੂ ਫੜ ਲੇਗਾ, ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਾਦੀ ਜਾਏ ਤਰਨੀ। ਮਾਰੇ ਕਹਿੰਦੇ ਨੇ
ज्ञान ध्यान किछ कर्म न जाना, नाहिन निर्मल करनी, साध संगत के अंचल लावो, बिखम नदी जाए तरनी। जे तू गुरु नानक दा पल्लू फड़ लेगा, जे गुरु नानक मुकत है तो सिखा तू भी मुकत हो जाएगा। आप मुकत मुकत करे संसार, नानक तिस जन को सदा नमस्कार। ਉਹਨੂੰ सदा नमस्कार करो ਜਿਹੜਾ ਆ ਮੁਕਤ ਹੈ, ਜਿਹੜਾ ਆਪ ਹੀ ਨਹੀਂ। ਉਹ ਕਹਿੰਦੇ ਨੇ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰੱਜ ਖਾਵੇ। ਜੇ ਕਿਸੇ ਤੁਸੀਂ ਐਸੇ ਪਖੰਡੀ ਨੂੰ ਮਾਲਕ ਬਣਾ ਲਿਆ, ਆਪਣਾ ਗੁਰੂ ਬਣਾ ਲਿਆ, ਕਹਿੰਦੇ ਨੇ ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰੱਜ ਖਾਵੇ। ਨਫਰ ਹੁੰਦਾ ਉਹਦਾ ਸੇਵਕ। ਜੇ ਮੈਂ ਕਿਸੇ ਪਖੰਡੀ ਦਾ, ਦੰਮੀ ਦਾ, ਕੋਈ ਜਿਹੜਾ ਵਿਕਾਰੀ ਦਾ ਉਹਨੂੰ ਗੁਰੂ ਬਣਾ ਲਵਾਂ, ਤੇ ਮਹਾਰਾਜ ਕਹਿੰਦੇ ਨੇ ਉਹਦੇ ਸੇਵਕ ਕਿੱਥੋਂ ਰੱਜ ਖਾਣਗੇ। ਤੇ ਗੁਰੂ ਨਾਨਕ ਜਿਸ ਦਾ ਮਾਲਕ ਹੋਏਗਾ, ਉਹ ਤੇ ਆਪ ਤਰਿਆ ਲੋਕ ਕੇ ਨਿਸਤਾਰ ਵਾਲੀ ਗੱਲ ਹੈ। ਉਹ ਤੇ ਆਪ ਵੀ ਤਰਿਆ ਹੋਇਆ ਹੈ, ਤੇ ਉਸ ਪਰਮਾਤਮਾ ਦੇ ਘਰ ਪਹੁੰਚਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਫਿਰ ਮੌਤ ਨਹੀਂ ਆਏਗੀ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਧਰੇਂਗੇ। ਉਹ ਦੇਹ ਚ ਨਹੀਂ ਆਣਗੇ। ਕਿਉਂ? एक शब्द पढ़ने ना, जो नर दुख में दुख नहीं माने, सुख स्नेह और पै नहीं जाके कंचन माटी माने, न निंदिया न उस्तद जाके लोभ मोह अभिमाना, हर सोगते रहे न्यारो नाहे मान पमाना, आशा मनसा सगल त्यागे जागते रहे निराशा, काम क्रोध जे परसे नाहे ते घट ब्रह्म प्रकाश निवासा। ते मारे कहते ने गुर किरपा जे नर को कीनी, ते एह जुगत पछानी, नानक लीन भयो गोबिंद स्यों, जो पानी संग पानी देह ना धरेंगे। वो फिर पानी पानी विच मिल जाएगा, सूरज किरण मिले, जल का जल हुआ राम। फिर तो इको चीज़ हो जाएगी, फिर पता ही नहीं लगेगा। पानी जद लहरां पानी दियां पानी दे विच चली जाणगियां, फिर वो लहरां नहीं कलाणगियां, वो भी समुंदर दा रूप हो जाणगियां। ਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਕਰਕੇ ਭਾਈ ਉਸ ਪ੍ਰਭੂ ਪਰਮਾਤਮਾ ਦੇ ਚਰਨ ਫੜ ਲਓ, ਤੁਹਾਡਾ ਦੇਹ ਦੀ ਛੁਟਕਾਰਾ ਹੀ ਮਿਲ ਜਾਏਗਾ। ਹੋਰ ਸਭ ਗੱਲਾਂ ਤੁਹਾਡੀਆਂ ਕੀਤੀਆਂ ਇੱਥੇ ਹੀ ਰਹਿ ਜਾਣੀਆਂ ਨੇ, ਪਰ ਜਿਹੜਾ ਤੁਹਾਡਾ ਜਪਿਆ ਹੋਇਆ ਨਾਮ ਹੈ ਨਾ, ਉਹ ਨਾਲ ਜਾਣਾ। ਮੈਂ ਨਹੀਂ ਕਹਿ ਰਿਹਾ, ਗੁੱਸਾ ਨਾ ਕਰਨਾ, ਜਿੰਨੇ ਅਵਰ ਕਾਜ ਤੇਰੇ ਕੀਤੇ ਨਾ ਕਾਮ। ਇੱਕ ਹੋਰ ਪੰਕਤੀ ਸੌਖੀ ਕਰ ਲਈ ਇਸ ਗੱਲ ਨੂੰ। ਮਹਾਰਾਜ ਨੇ ਇੱਥੋਂ ਤੱਕ ਕਹਿ ਦਿੱਤਾ, ਅਵਰ ਕਰਤੂਤ सगली जम डाने, गोबिंद भजन बिन तिल नहीं माने। महाराज कहते ने एक गल याद कर लै कि उस परमात्मा दे नाम तो बिना उस जमा ने तेरी एक गल भी नहीं सुननी। अवर करतूत सगली जम डाने, गोबिंद भजन बिन तिल नहीं माने। तो उस परमात्मा ने तेरी तिल जिन्नी भी गल नहीं मननी जे तेरे पल्ले नाम नहीं है। तो प्यारिओ, सतगुरु ने अज यही उपदेश दिता है कि जे नर सिरी पत के प्रस हैं पग, ते नर फिर ना दे धरेंगे। वो फिर दोबारा जे गिने गुरु दे चरण फड़ लेना, गुरु का आसरा ले लिया, वो देह विच दोबारा नहीं आएंगे। नहीं तो महाराज ने इन्ने वड्डे उदाहरण दे के ब्रह्मा विष्णु महेश वड्डे वड्डे राजियां दे सूरवीरां दे उदाहरण दे के महाराज कहंदे ने अंत समय ये भी फाइयां विच पे ने। ते सिखा तू गुरु दे चरण फड़ लै, तेरा गुरु का चरण जी का निस्तारा। गुरु दे चरण फड़ लो तो तुहाडा निस्तारा आपे ही हो जाएगा। तो गुरु महाराज किरपा करन। अज दी पौड़ी दे विच गुरु साहब ने सानू यही समझाउण दा यतन कीता है कि मौत आनी आनी है। वो परमात्मा दी अटल सच्चाई है। मरण लिखाए मंडल में आए, मौत आनी आनी है, पर उस तो पहला गुरु दे चरण फड़ लो, नहीं तो फिर अंत वेले तैनूं जमा दिफाई का सामना करना पवेगा। फिर तेरे को हिसाब मंगिया जाएगा, फिर तू कुछ भी तेरा छुटकारा नहीं होएगा। इस करके गुरु साहब ते कबीर साहब इत्थों तक कहते धर्म राय जब लेखा मांगे क्या मुख लैके जाएगा, कहत कबीर सुनो रे संतो साध संगत तर जाएगा। इस करके गुरु की संगत करो, गुरु के चरण फड़ लो। ये संगत करनी गुरु के चरण फड़े हुए ने तुसी, और चरण फड़े होन गुरु की टेक आसरा लिया होवे, तुहानू किसी तरह का कोई डर नहीं होएगा। इतनी बेनती प्रवान करनी। मैं समझना एक नहीं अनेक ही भुल्लां होईयां ने, वो मेरी मंद बुद्धि करके होईयां ने, ते चंगे बचन ने वो गुरु ने कढ़वाए ने, वो गुरु दे ने।
ਤੇ ਜਿਹੜਾ ਕੋਈ ਮਾੜਾ ਬਚਨ ਹੈ ਉਹ ਦਾਸ ਦਾ ਹੈ, ਦਾਸ ਦੀ ਝੋਲੀ ਵਿੱਚ ਪਾ ਦੇਣਾ, ਤੇ ਚੰਗਾ ਬਚਨ ਗੁਰੂ ਦਾ ਹਿਰਦੇ ਵਿੱਚ ਵਸਾਉਣਾ। ਇਸੇ ਤਰ੍ਹਾਂ ਮੈਂ ਬੇਨਤੀ ਕਰਾਂਗਾ, ਰੋਜ਼ਾਨਾ ਨਿਤਨੇਮ ਕਰੋ, ਰੋਜ਼ਾਨਾ ਸੰਗਤ ਕਰੋ, ਇਹੀ ਪਾਰ ਉਤਾਰਾ ਤੁਹਾਡਾ ਹੋਏਗਾ ਜੇ। ਬਾਕੀ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਆ ਕੇ ਮੇਰੇ ਵਰਗਾ ਪਖੰਡੀ ਤੁਹਾਨੂੰ ਹੋਰ ਕੋਈ ਰਸਤਾ ਦਿਖਾਵੇ, ਮੈਨੂੰ ਖਿਮਾ ਕਰ ਦੇਣਾ। ਨਾਮ ਤੋਂ ਇਲਾਵਾ ਤੁਸੀਂ ਕਿਸੇ ਜਗ੍ਹਾ ਤੇ ਪਾਰ ਉਤਾਰਾ ਨਾ ਮੇਰਾ ਹੋਣਾ ਹੈ ਨਾ ਤੁਹਾਡਾ ਹੋਣਾ ਹੈ। ਇੱਕ ਨਾਮ ਬੋਵੋ ਬੋਵੋ ਅਬ ਕੱਲੂ ਆਇਓ ਰੇ, ਮਤ ਭਰਮ ਭੁੱਲੋ ਭੁੱਲੋ। ਮਹਾਰਾਜ ਕਹਿੰਦੇ ਨੇ ਇਹ ਭੁੱਲ ਛੱਡ ਦਿਓ, ਇਹ ਛੱਡ ਦਿਓ ਮਨ ਦੇ ਵਿੱਚ ਖਿਆਲ ਕਿ ਹੋਰ ਕੋਈ ਰਸਤਾ ਤੁਹਾਨੂੰ ਕੋਈ ਪਰਮਾਤਮਾ ਦੇ ਘਰ ਲੈ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕਿਆ ਕੋਏ। ਇੱਕ ਗੱਲ ਨੋਟ ਕਰ ਲਓ, ਜੇ ਬੰਦ ਖਲਾਸੀ ਚਾਹੁੰਦੇ ਹੋ ਨਾ, ਉਹਨੇ ਪੜ੍ਹਿਆ ਨਾ ਜਪਜੀ ਸਾਹਿਬ, ਬੰਦ ਖਲਾਸੀ ਭਾਣੇ ਹੋਏ, ਉਹਦੀ ਰਜਾ ਵਿੱਚ ਹੋਣੀ ਜੇ। ਹੋਰ ਆਖ ਨਾ ਸਕੇ ਕੋਏ, ਹੋਰ ਕੋਈ ਜੋ ਮਰਜ਼ੀ ਆਖਦਾ ਰਵੇ, ਹੋਰ ਕੋਈ ਰਸਤਾ ਵੀ ਨਹੀਂ ਜੇ। ਜੇ ਇਸ ਦੇਹੀ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ, ਬਾਰ ਬਾਰ ਮੌਤ ਤੋਂ ਬਚਣਾ ਚਾਹੁੰਦੇ ਹੋ, ਇਸ ਖੌਫ ਤੋਂ ਨਿਕਲਣਾ ਚਾਹੁੰਦੇ ਹੋ, ਤੇ ਗੁਰੂ ਨਾਨਕ ਦੇ ਹਸਪੀਟਲ ਵਿੱਚ ਆਪਣਾ ਨਾਮ ਲਿਖਵਾ ਦਿਓ। ਦੈਟਸ ਇਟ, ਨਥਿੰਗ। ਸਿਰਫ ਗੁਰੂ ਨਾਨਕ ਦੇ ਘਰ ਦੇ ਵਿੱਚ, ਉਸ ਦੇ ਹਸਪੀਟਲ ਵਿੱਚ ਆਪਣਾ ਪੇਸ਼ੈਂਟ ਆ ਸੀ ਗੁਰੂ ਨਾਨਕ ਦੇ। ਤੁਸੀਂ ਉਸ ਗੁਰੂ ਨਾਨਕ ਤੋਂ ਵੱਡਾ ਡਾਕਟਰ ਕੋਈ ਨਹੀਂ ਜੇ। ਉਹ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਉਹ ਸਾਡੇ ਸਾਰੇ ਔਖਦ ਕੱਢ ਦੇਗਾ। ਇਹ ਮੇਰਾ ਦਾਅਵੇ ਨਾਲ ਕਹਿਣਾ। ਜੇ ਗੁਰੂ ਨਾਨਕ ਦੇ ਰਜਿਸਟਰ ਵਿੱਚ ਤੁਸੀਂ ਆਪ ਪੇਸ਼ੈਂਟ ਬਣ ਕੇ ਗੁਰੂ ਨਾਨਕ ਵਰਗੇ ਡਾਕਟਰ ਦੇ ਅੱਗੇ ਆਪਣਾ ਨਾਮ ਲਿਖਵਾ ਦੋਗੇ ਨਾ, ਮੈਂ ਸੱਚ ਕਹਿਣਾ ਵਾ, ਗੁਰੂ ਨਾਨਕ ਤੁਹਾਡੀ ਬੌੜੀ ਕਰਕੇ ਆਪਣੇ ਡਾਕਟਰ ਦੇ ਵੱਡੇ ਵੱਡੇ ਦੁੱਖਾਂ ਦਾ ਨਾਸ਼ ਕਰ ਦੇਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤਾਂ ਗੁਰੂ ਦੇ ਘਰ ਦੇ ਵਿੱਚ ਅਸੀਂ ਐਡਮਿਸ਼ਨ ਲਈਏ, ਰੋਜ਼ਾਨਾ ਸੰਗਤ ਕਰੀਏ। ਮੇਰੀ ਵੀ ਅਰਦਾਸ ਕਰੋ, ਮੈਂ ਵੀ ਨਿਤਾ ਪ੍ਰਤੀ ਸਤਿਗੁਰੂ ਦੇ ਨਿਤਨੇਮ ਵਿੱਚ ਜੁੜਾਂ, ਗੁਰੂ ਦੀ ਸੰਗਤ ਕਰਾਂ ਔਰ ਗੁਰੂ ਦਾ ਜਸ ਗਾਇਨ ਕਰਦਾ ਰਵਾਂ। ਬਸ ਇਹੀ ਅਖੀਰਲੇ ਸਵਾਸਾਂ ਤੱਕ ਸਾਡੇ ਸਵਾਸ ਵੀ ਨਿਕਲਣ ਤੇ ਗੁਰੂ ਦੀ ਸੰਗਤ ਵਿੱਚ ਹੀ ਨਿਕਲਣ। ਮੈਂ ਤੇ ਗੁਰੂ ਕੋਲ ਇਹੀ ਮੰਗਣਾ, ਗੁਰੂ ਤੇਗ ਬਹਾਦਰ ਦੇ ਦਰ ਤੇ, ਗੁਰੂ ਸਾਹਿਬ ਜਦ ਮੇਰੇ ਸਵਾਸ ਕੱਢੋ ਤੇ ਤੁਹਾਡੀ ਸੰਗਤ ਵਿੱਚ ਬੈਠਾ ਹੋਵਾਂ ਤੇ ਸੰਗਤ ਹੀ ਉੱਥੇ ਤੱਕ ਲੈ ਜਾਵੇ। ਤਾਂ ਸੰਗਤ ਬੜੀ ਕਾਮਧੇਨੂ ਹੈ, ਮਹਾਨ ਹੈ। ਸੰਗਤ ਚਾਹਵੇ ਸਭ ਕੁਝ ਕਰ ਸਕਦੀ ਹੈ। ਤੇ ਗੁਰੂ ਦੇ ਚਰਨ ਅਸੀਂ ਫੜ ਲਈਏ, ਇਹ ਸੰਗਤ ਦੇ ਵਿੱਚ ਹੀ ਗੁਰੂ ਬੈਠਾ ਹੈ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਨਾ ਚਿਤਾਰਨੀਆਂ। ਸਾਰੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।